ਸਤਿ ਸ੍ਰੀ ਅਕਾਲ। ਲੋਕਡਾਊਨ ਪੰਜਾਬੀ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਜੁੜੇ ਨੇ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸਾਹਿਬ। ਸੇਖੋਂ ਸਾਹਿਬ, ਸਤਿ ਸ੍ਰੀ ਅਕਾਲ, ਸਵਾਗਤ ਜੀ ਤੁਹਾਡਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸੇਖੋਂ ਸਾਹਿਬ, ਪੰਜਾਬ ਦੀ ਰਾਜਨੀਤੀ ਦੇ ਵਿੱਚ ਬੜਾ ਕੁਝ ਬਣ ਰਿਹਾ ਤੇ ਢਹਿ ਰਿਹਾ। ਨਾਲੋਂ ਨਾਲ ਜਿਹੜੀ ਸਾਡੀ ਨੈਸ਼ਨਲ ਪੋਲੀਟਿਕਸ ਹੈ, ਨੈਸ਼ਨਲ ਪੋਲੀਟਿਕਸ ਦੇ ਵਿੱਚ ਜਿਹੜੇ ਗੱਠਜੋੜ ਹੋ ਰਹੇ ਨੇ ਜਾਂ ਜਿਹੜੇ ਪ੍ਰਭਾਵ ਉਸ ਗੱਠਜੋੜ ਦੇ ਸਾਡੇ ਪੰਜਾਬ ਦੇ ਉੱਪਰ ਵੀ ਪੈ ਰਹੇ ਨੇ। ਇੱਕ ਤਾਂ ਵੱਡੀ ਡਿਬੇਟ ਤਾਂ ਹੁਣ ਦੇਸ਼ ਦੇ ਵਿੱਚ ਤਾਂ ਆਹੀ ਹੈ ਕਿ ਮੋਦੀ ਸਾਹਿਬ ਹੋਰਾਂ ਨੇ, ਬੀਜੇਪੀ ਦੀ ਕੇਂਦਰ ਸਰਕਾਰ ਨੇ ਇੱਕ ਸੈਸ਼ਨ ਸੱਦਿਆ ਹੋਇਆ, ਉਹਦੇ 'ਚ ਕੋਈ ਵੱਡੇ ਜਿਹੜੇ ਬਿੱਲ ਨੇ ਉਹ ਪੇਸ਼ ਕੀਤੇ ਜਾ ਸਕਦੇ ਨੇ। ਇਹਦੇ ਨਾਲੋਂ ਨਾਲ ਇੱਕ ਇੰਡੀਆ ਨਾਮ ਦਾ ਗੱਠਜੋੜ ਹੋਂਦ ਦੇ ਵਿੱਚ ਆਇਆ ਤੇ ਕਈ ਸਮੂਹਿਕ ਗਰੁੱਪ ਬਣ ਕੇ ਇੱਕ ਉਹ ਪਲੇਟਫਾਰਮ ਉੱਭਰ ਆਇਆ ਕਿ ਅਸੀਂ ਐਨਡੀਏ ਦਾ ਮੁਕਾਬਲਾ ਕਰਾਂਗੇ। ਦੂਜੇ ਪਾਸੇ ਬੀਜੇਪੀ ਨੇ ਇੱਕ ਨਵੀਂ ਡਿਬੇਟ ਛੇੜਤੀ ਕਿ ਇੰਡੀਆ ਨਹੀਂ ਭਾਰਤ। ਹੁਣ ਜਿਹੜਾ 5 ਦਿਨ ਦਾ ਸੈਸ਼ਨ ਹੈ, ਤਮਾਮ ਤਜਰਬੇਕਾਰ ਲੋਕ ਸੋਚ ਰਹੇ ਨੇ ਕਿ ਬੀਜੇਪੀ ਨੇ ਖੁੱਲ੍ਹ ਕੇ ਤਾਂ ਗੱਲ ਕੋਈ ਰੱਖੀ ਨਹੀਂ ਹੈ ਕਿ ਕੀ ਇਹਦੇ 'ਚ ਹੋਊਗਾ, ਪਰ ਉਹ ਕਹਿੰਦੇ ਕਿ ਹੋ ਸਕਦਾ ਕਿ ਇੰਡੀਆ ਨਹੀਂ ਭਾਰਤ ਜਾਂ UCC ਵੱਡੇ ਜਿਹੜੇ ਕੁਛ ਹੈਗੇ ਨੇ ਬਿੱਲ ਉਹ ਪੇਸ਼ ਕੀਤੇ ਜਾਣ। ਪਰ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਵੀ ਉਥਲ ਪੁਥਲ ਹੈ, ਜਿਹੜੀ ਗਰਮਾਹਟ ਦਿੱਲੀ ਦੇ ਵਿੱਚ ਹੈ। ਇੱਥੇ ਆਪ ਦੇ ਨਾਲ ਅਲਾਇੰਸ ਕਾਂਗਰਸ ਦਾ ਉਹ ਚਰਚਾ ਦੇ ਵਿੱਚ ਹੈ। ਹਾਲਾਂਕਿ ਦੋਨੋਂ ਦਰਕਿਨਾਰ ਕਰ ਚੁੱਕੇ ਨੇ ਇਸ ਅਲਾਇੰਸ ਨੂੰ ਕਿ ਅਲਾਇੰਸ ਅਸੀਂ ਨਹੀਂ ਕਰਾਂਗੇ, ਪਰ ਨੈਸ਼ਨਲ ਪੋਲੀਟਿਕਸ ਜੋ ਕੁਛ ਡਿਸਾਈਡ ਕਰੂਗੇ ਦਿੱਲੀ ਬੈਠੇ ਆਕਾ, ਜੋ ਕੁਛ ਡਿਸਾਈਡ ਕਰਨਗੇ, ਛੋਟੀਆਂ ਜਿਹੜੇ ਇਕਾਈਆਂ ਨੇ ਸੂਬੇ ਦੀਆਂ ਕਿਵੇਂ ਵੱਖ ਹੋ ਜਾਣਗੀਆਂ। ਸੇਖੋਂ ਸਾਹਿਬ, ਦਿੱਲੀ ਤੋਂ ਲੈ ਕੇ ਪੰਜਾਬ ਦੀ ਰਾਜਨੀਤੀ, ਖਾਸ ਕਰਕੇ ਗੱਠਜੋੜ ਨਵੇਂ ਬਿੱਲਾਂ ਦੇ ਵਿੱਚ ਕੀ ਕੁਛ ਵਾਪਰ ਰਿਹਾ ਹੈ ਤੇ ਦੇਸ਼ ਨੂੰ ਕਿਹੜੇ ਪਾਸੇ ਸਭ ਕੁਛ ਲੈ ਕੇ ਜਾਊਗਾ ਸੇਖੋਂ ਸਾਹਿਬ ਜੀ? ਪਹਿਲੀ ਗੱਲ ਤਾਂ ਇਹ ਹੈਗਾ ਕਿ ਇਹ ਜਿਹੜਾ ਅਲਾਇੰਸ ਹੋਇਆ, ਇੰਡੀਆ ਅਲਾਇੰਸ ਆ, ਇਹ ਸਾਡੇ ਜਿਹੜੇ ਦੇਸ਼ ਦੀ ਰਾਜਨੀਤਿਕ ਇਤਿਹਾਸ ਦੇ ਵਿੱਚ ਕਿਸੇ ਵੀ ਸਰਕਾਰ ਦੇ ਖਿਲਾਫ ਆਉਂਦੀਆਂ ਚੋਣਾਂ ਵਿੱਚ ਚੋਣਾਂ ਹੋਣ ਤੋਂ ਪਹਿਲਾਂ ਅਲਾਇੰਸ ਹੋਇਆ। ਨਹੀਂ ਤੇ ਅੱਜ ਤੱਕ ਅਸੀਂ ਦੇਖਿਆ ਕਿ ਜਿੰਨੇ ਵੀ ਅਲਾਇੰਸ ਹੋਏ ਆ ਉਹ ਚੋਣਾਂ ਤੋਂ ਬਾਅਦ ਹੀ ਹੋਏ ਆ। ਤੁਸੀਂ 77 ਦੀ ਗੱਲ ਕਰ ਲਓ, ਜਦੋਂ ਕਾਂਗਰਸ ਜਿਹੜੀ ਸੀ ਕੇਂਦਰ ਤੋਂ ਬਾਹਰ ਹੋਈ ਸੀਗੀ, ਜਨਤਾ ਪਾਰਟੀ ਬਣੀ ਸੀਗੀ, ਉਹ ਸਾਰੀ ਟੁੱਟ ਭੱਜ ਜਿਹੜੀ ਹੈਗੀ ਸੀ ਜਦੋਂ ਇਲੈਕਸ਼ਨ ਡਿਕਲੇਅਰ ਹੋ ਗਈ ਸੀ। ਕੁਝ ਉਦੋਂ ਪਾਰਟੀਆਂ ਜਿੱਦਾਂ ਉਹ CFD ਸੀ, ਕਾਂਗਰਸ ਫਾਰ ਡੈਮੋਕ੍ਰੇਸੀ, ਜਗਜੀਵਨ ਰਾਮ ਉਦੋਂ ਆਇਆ ਸੀ, ਬਹੁਤੇ ਲੀਡਰ ਜੇਲ੍ਹ ਦੇ ਵਿੱਚ ਸੀਗੇ, ਉਹ ਤੋਂ ਬਾਹਰ ਛੁੱਟ ਗਏ, ਫਿਰ ਉਹ ਜਨਤਾ ਪਾਰਟੀ ਬਣੀ। ਔਰ ਉਹਦੇ ਪਿਛਲੇ ਪਾਸੇ ਜਿਹੜੀ ਖਾਸ ਕਰਕੇ ਜਿਹੜਾ ਸਾਰਾ ਪੁਸ਼ ਸੀਗਾ ਉਹ ਜੈ ਪ੍ਰਕਾਸ਼ ਨਰਾਇਣ ਜਿਹੜੇ ਉਸ ਸਮੇਂ ਦੇ ਵਿੱਚ ਬਹੁਤ ਪਾਪੂਲਰ ਲੀਡਰ ਸੀਗੇ, ਉਹ ਜਿਹੜੇ ਉਹਨਾਂ ਨੇ ਇੱਕ ਜਿਹੜਾ ਹੈਗਾ ਕਾਲ ਕੀਤੀ ਸੀ, ਬਾਅਦ 'ਚ ਬਣਿਆ। ਇਸੇ ਤਰੀਕੇ ਨਾਲ 1989 ਦੇ ਵਿੱਚ ਜਦੋਂ ਤਬਦੀਲੀ ਆਈ ਆ, ਉਦੋਂ ਵੀ ਜਿਹੜਾ ਅਲਾਇੰਸ ਬਣਿਆ ਸੀ ਉਹ ਚੋਣਾਂ ਤੋਂ ਬਾਅਦ ਬਣਿਆ ਸੀਗਾ। 1991 ਦੇ ਵਿੱਚ ਤਕਰੀਬਨ ਇਸੇ ਕਿਸਮ ਦੀ ਸਥਿਤੀ ਜਿਹੜੀ ਸੀ ਉਹ ਸੀਗੀ। 1996 'ਚ ਵੀ ਇੱਦਾਂ ਹੋਇਆ, 1998 'ਚ ਵੀ ਇੱਦਾਂ ਹੋਇਆ, 1999 ਦੇ ਵਿੱਚ ਵੀ ਇੱਦਾਂ ਹੋਇਆ। ਸਿਰਫ 2004 ਤੋਂ ਬਾਅਦ ਇਹ ਜਿਹੜਾ ਖਾਸ ਕਰਕੇ ਜਿਹੜੇ ਅਲਾਇੰਸ ਬਣੇ ਆ, UPA ਬਣਿਆ ਸੀਗਾ 2004 ਦੇ ਵਿੱਚ, ਤੇ 2 ਅਲਾਇੰਸ ਵੱਡੇ ਜਿਹੜੇ ਸੀ NDA ਤੇ UPA ਜਿਹੜੇ ਬਣੇ ਸੀਗੇ। ਔਰ UPA ਦਾ ਅਸਰ ਰਿਹਾ ਸੀਗਾ, ਮੁੜ ਕੇ ਉਹ ਸਰਕਾਰ ਦੀਆਂ ਕੁਝ ਨਾਕਾਮੀਆਂ ਕਰਕੇ ਜਾਂ ਹੋਰ ਨਾ ਕਾਰਨਾਂ ਕਰਕੇ ਉਹ ਲਾਂਭੇ ਹੋ ਗਿਆ। ਤੇ ਇਹ ਜਿਹੜਾ ਸੀ NDA ਜਿਹਨੂੰ ਨੈਸ਼ਨਲ ਜਿਹੜਾ ਡੈਮੋਕ੍ਰੈਟਿਕ ਅਲਾਇੰਸ ਆ, ਜਿਹੜਾ ਵਾਜਪਾਈ ਸਾਹਿਬ ਦੇ ਸਮੇਂ ਦੇ ਵਿੱਚ 1998 ਤੋਂ ਬਾਅਦ ਵਿੱਚ ਹੋਂਦ ਦੇ ਵਿੱਚ ਆਇਆ ਸੀਗਾ, ਤੇ ਉਹ ਜਿਹੜਾ ਸੀ ਪਿਛਲੇ 10 ਸਾਲ ਤੋਂ ਰੂਲ ਕਰ ਰਿਹਾ। UPA ਖਿਲਰ ਗਿਆ, ਨਾ ਦੀ UPA ਸੀ, ਪਰ ਉਹਦੇ ਵਿੱਚ ਸਵਾਏ ਕਾਂਗਰਸ ਤੋਂ ਹੋਰ ਛੋਟੇ ਮੋਟੇ ਦਲਾਂ ਨੂੰ ਛੱਡ ਕੇ ਕੋਈ ਬਾਤ ਨਹੀਂ ਸੀਗਾ। ਇੱਕ ਨਵਾਂ ਇਹਨਾਂ ਨੇ ਹਮਲਾ ਮਾਰਿਆ ਆਪੋਜੀਸ਼ਨ ਪਾਰਟੀਆਂ ਨੇ ਕਿ ਜਿਸ ਕਿਸਮ ਦੀ ਪਿਛਲੇ 9 ਸਾਲਾਂ 'ਚ ਦੇਸ਼ ਦੀ ਰਾਜਨੀਤੀ ਹੋ ਰਹੀ ਆ, ਉਹਦੇ ਨਾਲ ਦੇਸ਼ ਲਈ ਮਸਲੇ ਹੱਲ ਹੋਣ ਦੀ ਬਜਾਏ ਮਸਲੇ ਬਹੁਤ ਖੜੇ ਹੋ ਰਹੇ ਆ। ਜਿੱਦਾਂ ਫਾਰ ਐਗਜ਼ਾਮਪਲ ਕਿ ਜਿੱਦਾਂ ਧਾਰਮਿਕ ਕੱਟੜਵਾਦਤਾ ਜਿਹੜੀ ਉਹ ਵੱਧਦੀ ਜਾ ਰਹੀ ਆ, ਕਮਿਊਨਲ ਪੋਲਿਟਿਕਸ ਦੇ ਉੱਤੇ ਜਿਹੜਾ ਹੈਗਾ ਉਹ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ, ਲੋਕਾਂ ਨੂੰ ਵੰਡਿਆ ਜਾ ਰਿਹਾ ਹੈ। ਖਾਸ ਕਰਕੇ ਜਿਹੜੀਆਂ ਮਾਈਨੋਰਟੀਜ਼ ਹੈਗੀਆਂ ਵਾ, ਪਰਟੀਕੂਲਰਲੀ ਦਾ ਮੁਸਲਿਮ ਮਾਈਨੋਰਟੀ, ਉਹ ਹਰ ਥਾਂ ਤੇ ਟਾਰਗੇਟ ਕੀਤੀ ਜਾਂਦੀ ਹੈ। ਹੁਣ ਤਾਂ ਕ੍ਰਿਸਚੀਅਨ ਵੀ ਮਨੀਪੁਰ ਦੇ ਤੌਰ ਦੇ ਉੱਤੇ ਟਾਰਗੇਟ ਕੀਤੇ ਗਏ। ਜਾਂ ਸਰਕਾਰ ਦਾ ਆਪ ਉਧਰਾਪਣ ਹੋ ਗਿਆ ਕਿ ਬੁਲਡੋਜ਼ ਕਰਨਾ ਚਾਹੁੰਦੀ ਆ, ਜਿੱਦਾਂ ਕਿਸਾਨਾਂ ਦੇ ਕਾਨੂੰਨ ਬਣਾਏ ਸੀਗੇ, ਜਾਂ ਜਿਸ ਤਰੀਕੇ ਨਾਲ UAPA ਲਾਇਆ ਜਾਂਦਾ ਹੈ, ਜਾਂ ਜਿਸ ਤਰੀਕੇ ਨਾਲ ਫਰੀਡਮ ਆਫ ਸਪੀਚ ਜਿਹੜੀ ਹੈਗੀ ਆ ਉਹਨੂੰ ਕਰਬ ਕੀਤਾ ਜਾਂਦਾ ਹੈ, ਜਾਂ ਜਿਸ ਤਰੀਕੇ ਦੇ ਨਾਲ ਇੱਕ ਮੀਡੀਆ ਤੇ ਕੰਟਰੋਲ ਕੀਤਾ ਗਿਆ ਜਿਹੜਾ ਚੌਥਾ ਸਤੰਭ ਸੀ, ਜਾਂ ਜਿੱਦਾਂ ਸੰਸਥਾਵਾਂ ਨੂੰ ਡੈਮੇਜ ਕਰਨ ਦੀ ਗੱਲ ਕੀਤੀ ਗਈ ਹੈ। ਤੁਸੀਂ ਕੱਲ੍ਹ ਹੀ ਦੇਖਿਆ ਹੋਣਾ ਕਿ ਬੜੀ ਅਨਫੋਰਚੂਨੇਟ ਇੱਕ ਸਟੇਟਮੈਂਟ ਆਈ ਆ, ਇੱਕ ਜਿਹੜਾ ਉੱਥੇ IIT ਹੈਗੀ ਆ ਹਿਮਾਚਲ ਦੇ ਵਿੱਚ, ਉਹਦਾ ਜਿਹੜਾ ਡਾਇਰੈਕਟਰ ਹੈਗਾ ਵਾ ਉਹ ਕਹਿ ਰਿਹਾ ਵਾ ਕਿ ਹੜ੍ਹ ਇਸ ਕਰਕੇ ਇਸ ਤਰੀਕੇ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਸੀ। ਇਹਨਾਂ ਦੇ ਬਹੁਤ ਵੱਡੇ ਸਾਇੰਟਿਸਟ ਨੂੰ ਵੀ ਵੇਖਿਆ ਕਿ ਪੁਰਾਣੇ ਜ਼ਮਾਨੇ 'ਚ ਭਾਰਤ ਦੇ ਵਿੱਚ ਜਿਹੜੇ ਹੁੰਦੇ ਸੀ ਹਵਾਈ ਜਹਾਜ਼ ਉੱਡਦੇ ਸੀਗੇ, ਇੱਥੇ ਸਰਜਰੀ ਹੁੰਦੀ ਸੀ। ਇਹੋ ਜਿਹੀਆਂ ਮਿਥ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਉਹਨਾਂ ਨੂੰ ਆਪਣਾ ਵਧਾ ਚੜਾ ਕੇ ਤਾਂ ਕਿ ਲੋਕਾਂ ਨੂੰ ਜਿਹੜਾ ਹੈਗਾ ਵਾ, ਜਿਹੜਾ ਲੋਕਾਂ ਦਾ ਸਾਇੰਟੀਫਿਕ ਟੈਂਪਰਾਮੈਂਟ ਆ ਜਾਂ ਜਿਸ ਦੇ ਉੱਤੇ ਸਾਡਾ ਦੇਸ਼ ਬੇਸਡ ਹੈਗਾ, ਜਾਂ ਸੰਵਿਧਾਨ ਜਿਹੜਾ ਹੈਗਾ ਵਾ,
ਜਾਂ ਸੰਵਿਧਾਨ ਦੀਆਂ ਮਾਨਤਾਵਾਂ ਹੈ, ਜਿਹਦੇ ਵਿੱਚ ਰੀਜ਼ਨ ਦੀ, ਰੈਸ਼ਨੈਲਿਟੀ ਦੀ, ਸੈਕੂਲਰਿਜ਼ਮ ਦੀ ਗੱਲ ਕੀਤੀ ਗਈ ਆ, ਇੰਡੀਵਿਜੂਅਲ ਰਾਈਟ ਦੀ, ਫੰਡਾਮੈਂਟਲ ਰਾਈਟਸ ਦੀ ਗੱਲ ਕੀਤੀ ਗਈ ਆ, ਮਿਨੋਰਟੀ ਰਾਈਟਸ ਦੀ ਗੱਲ ਕੀਤੀ ਗਈ ਆ, ਜਾਂ ਉਹਦੇ ਵਿੱਚ ਇੰਸਟੀਟਿਊਸ਼ਨਸ ਖੜੀਆਂ ਕੀਤੀਆਂ, ਜੁਡੀਸ਼ਰੀ ਸੀ। ਤੁਸੀਂ ਦੇਖਿਆ ਹੋਣਾ ਪਹਿਲੇ ਸਮੇਂ ਦੇ ਵਿੱਚ ਕੋਲੀਜੀਅਮ ਦੇ ਮਾਮਲੇ ਦੇ ਵਿੱਚ ਕਿਸ ਕਿਸਮ ਦਾ ਜਿਹੜਾ ਸਰਕਾਰ ਨੇ ਪੰਗੇ ਖੜੇ ਕੀਤੇ। ਔਰ ਜਿਹੜੇ ਇਹਨਾਂ ਦੇ ਪਹਿਲੇ ਲਾਅ ਮਿਨਿਸਟਰ ਸੀ ਕਿਰਨ ਰਿਜੀਜੂ ਸਾਹਿਬ ਜਿਹੜੇ ਸੀਗੇ, ਉਹ ਕਿਸ ਕਿਸਮ ਦੀਆਂ ਸਟੇਟਮੈਂਟਾਂ ਦਿੰਦੇ ਰਹੇ। ਜਾਂ ਸਭ ਤੋਂ ਵੱਡੀ ਤੇ ਖਤਰੇ ਵਾਲੀ ਗੱਲ ਉਦੋਂ ਸਭ ਨੂੰ ਠਣਕੀ ਕਿ ਜਦੋਂ ਇੱਕ ਜਿਹੜੇ ਖਾਸ ਕਰਕੇ ਕੰਟਰੋਵਰਸ਼ੀਅਲ ਜਿਹੜਾ ਚੀਫ ਜਸਟਿਸ ਸੀਗਾ, ਜਿਹਨੂੰ ਇੱਕਦਮ ਰਿਟਾਇਰ ਹੋਣ ਤੋਂ ਬਾਅਦ ਜਿਹੜਾ ਸੀਗਾ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਗਿਆ, ਜਾਂ ਜਿਹੜੀ ਉਹਨੇ ਲਾਸਟ ਦੇ ਵਿੱਚ ਸਟੇਟਮੈਂਟ ਦਿੱਤੀ ਸੀ ਕਿ ਸੰਵਿਧਾਨ ਜਿਹੜਾ ਹੈਗਾ ਵਾ ਇਹਨੂੰ ਵੀ ਰੀਲੋਕ ਕਰਨ ਦੀ ਲੋੜ ਹੈਗੀ ਆ, 70 ਸਾਲ ਤੋਂ ਬਾਅਦ ਬਹੁਤ ਕੁਝ ਬਦਲ ਗਿਆ ਨਾ। ਜਿਸ ਤਰੀਕੇ ਨਾਲ ਪ੍ਰਚਾਰ ਹੁੰਦਾ, ਮੈਨੂੰ ਲੱਗਦਾ ਕਿ ਇਹ ਸਮੇਂ ਦੀ ਲੋੜ ਸੀ, ਔਰ ਸਮੇਂ ਦੀ ਲੋੜ ਨੂੰ ਭਾਂਪਦਿਆਂ ਹੋਇਆ ਜਿਹੜੀਆਂ ਖਾਸ ਕਰਕੇ ਇਹ ਜਿਹੜੀਆਂ ਨੌਨ NDA ਪਾਰਟੀਆਂ ਸੀ ਜਾਂ ਨੌਨ BJP, 2019 ਤੋਂ ਬਾਅਦ ਤਾਂ NDA ਤਾਂ ਇੱਕ ਨੋਮੀਨਲ ਜਿਹਾ ਹੈਗਾ, ਉਹਦੇ ਵਿੱਚ ਫਿਨੋਮੀਨਾ ਹੈਗਾ। ਮੈਜੋਰਟੀ ਜਿਹੜੀ ਹੈਗੀ ਆ ਉਹ ਇਹ ਖਾਸ ਕਰਕੇ ਲੋਅਰ ਦੇ ਵਿੱਚ ਜਿਹੜੀ ਹੈਗੀ ਉਹ BJP ਦੀ ਹੈਗੀ ਆ। ਦੂਸਰੇ ਤੇ ਇਸ ਕਰਕੇ ਨਾਲ ਜੁੜੇ ਆ ਥੋੜਾ ਬਹੁਤਾ, ਤੁਹਾਨੂੰ ਪਤਾ ਕਿ ਕੋਈ ED ਦਾ ਚੱਕਰ ਹੈ, ਕੋਈ CBI ਦਾ ਸਿਸਟਮ, ਕਰਪਟ ਤਾਂ ਹੈ ਹੀ ਆ। ਸਾਡਾ ਨਿਜ਼ਾਮ ਕਰਪਟ ਹੈ, ਸਾਡੇ ਪੋਲੀਟੀਸ਼ੀਅਨ ਜਿਹੜੇ ਕਰਪਟ ਹੈ, ਸਾਡੇ ਤੇ ਰਾਜ ਕਰਨ ਵਾਲੇ ਕਰਪਟ ਹੈ। ਉਹਨਾਂ ਨੇ ਆਪਣੀ ਖੱਲ ਬਚਾਉਣ ਦੀ ਜਿਹੜੀ ਹੈਗੀ ਆ ਉਹ ਇਹ ਜਿਹੜੇ ਇਸ ਪਾਸੇ ਲਾਏ ਆ। ਹਾਂ, ਕੁਝ ਬੰਦੇ ਹੈਗੇ ਸਿਧਾਂਤਕ, ਅਸੀਂ ਮੰਨਦੇ ਸੀ ਕਿ ਇਸ ਸਮੇਂ ਦੇ ਵਿੱਚ ਲਾਲੂ ਬਹੁਤ ਕਰਪਟ ਕਹਿ ਰਹੇ ਉਹਨੂੰ, ਜਾਂ ਉਹਦੇ ਵਿੱਚ ਉਹਦੀ ਪਾਰਟੀ ਇਸ ਕਿਸਮ ਦੀ ਆ, ਪਰ ਜਿਸ ਤਰੀਕੇ ਨਾਲ ਬੰਦਾ ਇਸ ਜਿਹੜੀ ਵਿਚਾਰਧਾਰਾ ਦੇ ਖਿਲਾਫ ਖੜਿਆ ਰਿਹਾ ਵਾ, ਔਰ ਅੱਜ ਤੱਕ ਵੀ ਖੜਿਆ ਗਿਆ ਸਾਰੀਆਂ ਦੁਸ਼ਵਾਰੀਆਂ ਦੇ ਬਾਵਜੂਦ ਵੀ, ਤੇ ਮੈਨੂੰ ਲੱਗਦਾ ਕਿ ਇਹ ਬਹੁਤ ਵੱਡੀ ਅਚੀਵਮੈਂਟ ਆ। ਔਰ ਇਸੇ ਚੀਜ਼ ਨੇ ਪੁਸ਼ ਕੀਤਾ, ਕਿਉਂਕਿ BJP ਜਿਹੜੀ ਹੈਗੀ ਆ ਜਾਂ NDA ਜਿਹੜੀ ਹੈਗੀ ਆ, ਉਹਦੇ ਨਾਲ ਜਿਹੜੀਆਂ ਨੌਨ NDA ਗਵਰਨਮੈਂਟਸ ਹੈਗੀਆਂ ਵਾ ਉਹ ਟਰਬਲ ਦੇ ਵਿੱਚ ਆ। ਤੁਸੀਂ ਪੰਜਾਬ ਦੀ ਐਗਜ਼ਾਮਪਲ ਦੇਖ ਲਓ, ਕਿੰਨੀ ਵੱਡੀ ਤਰਾਸਦੀ ਹੋਈ ਆ, ਕੋਈ ਬਹੁਤ ਸੀਰੀਅਸ ਰਿਸਪੌਂਸ ਨਹੀਂ ਮਿਲਿਆ। ਦੂਸਰੇ ਪਾਸੇ ਹਿਮਾਚਲ ਦਾ ਵੀ ਇਹੀ ਹਾਲ ਆ। ਗੁਜਰਾਤ ਦੇ ਵਿੱਚ ਕੋਈ ਨਾ ਕੋਈ ਛੋਟੀ ਜਿਹੀ ਵੀ ਗੱਲ ਹੋ ਜਾਂਦੀ ਆ ਤੇ ਉਸੇ ਵੇਲੇ ਜਿਹੜੀ ਉਹਦੇ ਵਿੱਚੋਂ ਆਪਣਾ ਜਿਹੜਾ ਹੈਗਾ ਉਹਨਾਂ ਨੂੰ ਪ੍ਰੈਫਰੈਂਸ ਟ੍ਰੀਟਮੈਂਟ ਜਿਹੜਾ ਉਹ ਦਿੱਤਾ ਜਾਂਦਾ ਵਾ। ਤਾਂ ਮੇਰਾ ਕਹਿਣ ਤੋਂ ਭਾਵ ਹੈ ਕਿ ਹਾਲਾਤਾਂ ਨੇ ਪੁਸ਼ ਕੀਤਾ ਹੈ, ਲੋਕਾਂ ਵੱਲੋਂ ਜਿਹੜਾ ਹੈਗਾ ਇਹ ਪੁਸ਼ ਆਈ ਆ ਵੀ ਭਾਈ ਜੇ ਨਾ ਤੁਸੀਂ ਖੜੇ ਹੋਏ ਤੇ ਫਿਰ ਤੁਸੀਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਜਿਹੜੀਆਂ ਪੀੜ੍ਹੀਆਂ ਹੈਗੀਆਂ ਉਹ ਮਾਫ ਨਹੀਂ ਕਰਨਗੀਆਂ। ਤਾਂ ਇਸ ਕਰਕੇ ਜਿਹੜਾ ਇਹ NDA ਆ, ਜਿਹੜੇ ਦੇ ਲੀਡਰ ਸੀ ਜਿਹੜੇ ਕਿ ਇਸ ਸਮੇਂ 'ਚ ਆਪਣੇ ਆਪ 'ਚ ਬਹੁਤ ਵੱਡੀ ਹਉਮਤ ਹੁੰਦੇ ਸੀਗੇ, ਚਾਹੇ ਬੰਗਾਲ ਵਾਲੇ ਸੀ, ਚਾਹੇ ਤੁਹਾਡੇ ਇੱਥੇ ਕੇਜਰੀਵਾਲ ਸਾਹਿਬ ਸੀਗੇ, ਜਾਂ ਹੋਰ ਇਸ ਕਿਸਮ ਦੇ ਲੋਕ ਜਿਹੜੇ ਹੈਗੇ ਸੀਗੇ, ਜਿਹਨਾਂ ਨੂੰ ਲੱਗਦਾ ਵੀ ਸਾਡੇ ਹੀ ਜਿਹੜਾ ਹੈਗਾ ਵੀ ਸਾਡੇ ਸਿੰਘਾਂ ਦੇ ਉੱਤੇ ਧਰਤੀ ਖੜੀ ਹੈਗੀ ਆ ਸਾਡੇ ਰਾਜਾਂ ਦੇ ਵਿੱਚ। ਹੌਲੀ ਹੌਲੀ ਉਹ ਸਾਰੇ ਇਕੱਠੇ ਹੋ ਕੇ ਸਮੇਂ ਦੀ ਜਿਹੜੀ ਨਜ਼ਾਕਤ ਸੀਗੀ ਜਾਂ ਸਮੇਂ ਦੀ ਨਬਜ਼ ਨੂੰ ਪਛਾਣਦਿਆਂ ਹੋਇਆ ਇੱਕ ਅਲਾਇੰਸ ਬਣਿਆ, ਔਰ ਇਹ ਅਲਾਇੰਸ ਇਲੈਕਸ਼ਨ ਤੋਂ ਪਹਿਲਾਂ ਬਣਿਆ। ਔਰ ਇਸ ਅਲਾਇੰਸ ਨੂੰ ਜਿਹੜੀ ਬਣਾਉਣ ਦੇ ਵਿੱਚ ਖਾਸ ਕਰਕੇ ਕਰਨਾਟਕਾ ਦੇ ਵਿੱਚ ਕਾਂਗਰਸ ਪਾਰਟੀ ਦੀ ਜਿਹੜੀ ਹੈਗੀ ਆ ਉਹ ਬਹੁਤ ਵੱਡੀ ਜਿੱਤ ਵਾ। ਜਾਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਸਰਵੇਸ ਹੋਏ ਆ, ਸਟੇਟ ਆਫ ਨੇਸ਼ਨ ਸਰਵੇ ਹੋਇਆ ਵਾ, ਉਹਦੇ ਵਿੱਚ ਇਹ ਰੀਜਨਲ ਪਾਰਟੀ ਦੇ ਲੀਡਰਾਂ ਦੀ ਥਾਂ ਦੇ ਉੱਤੇ ਹੁਣ ਇਸ ਵੇਲੇ ਲੋਕਾਂ ਦੀ ਜ਼ਿਆਦਾ ਪ੍ਰੈਫਰੈਂਸ ਜਿਹੜੀ ਹੈਗੀ ਆ ਉਹ ਰਾਹੁਲ ਗਾਂਧੀ ਦੀ ਆ। ਔਰ ਰਾਹੁਲ ਗਾਂਧੀ ਨੇ ਜਿਹੜੀ ਮੈਚਿਓਰਿਟੀ ਸਿੱਖੀ ਆ, ਜੇ ਸਿੱਖੀ ਹੈ ਤਾਂ ਜਿਹੜੀ ਉਹਦੀ ਭਾਰਤ ਜਿਹੜੀ ਯਾਤਰਾ ਸੀ ਉਹ ਲੋਕਾਂ ਦੇ ਨਾਲ ਜੁੜਿਆ ਹੈਗਾ। ਲੋਕਾਂ ਦੇ ਵਿੱਚ ਜਿਹੜਾ ਉਹਦਾ ਇਮੇਜ ਬਿਲਡ ਕੀਤਾ ਗਿਆ ਸੀਗਾ ਉਹ ਥੋੜਾ ਜਿਹਾ ਉਹਦੇ ਉੱਤੋਂ ਜਿਹੜਾ ਹੈਗਾ ਉਹਦੇ ਵਿੱਚ ਚੇਂਜ ਆਈ ਆ। ਤਾਂ ਇਹ ਸਾਰੇ ਕਾਰਨ ਹੈਗੇ ਆ ਕਿ ਜਿਨ੍ਹਾਂ ਨੂੰ ਇਸ ਵੇਲੇ BJP ਨੂੰ ਲੱਗਦਾ ਕਿ ਸ਼ਾਇਦ ਅਸੀਂ ਸੱਤਾ ਗਵਾ ਬਈਏ, ਕਿਉਂਕਿ ਇਹਨਾਂ 9 ਸਾਲਾਂ ਦੇ ਵਿੱਚ ਜਿਹੜੀਆਂ ਆਪੋਜੀਸ਼ਨ ਪਾਰਟੀਆਂ BJP ਤੇ ਉੱਤੇ ਐਲੀਗੇਸ਼ਨ ਲਾ ਰਹੀਆਂ ਕਿ ਕਿਸ ਤਰੀਕੇ ਨਾਲ ਕਰੋਨੀ ਕੈਪੀਟਲਿਜ਼ਮ ਹੈ, ਕਿਸ ਤਰੀਕੇ ਦੇ ਨਾਲ ਆਪਣੇ ਮਿੱਤਰਾਂ ਨੂੰ ਫਾਇਦਾ ਦਿੱਤਾ ਜਾਂਦਾ ਹੈ, ਕਿਸ ਤਰੀਕੇ ਨਾਲ ਮਹਿੰਗਾਈ ਵੱਧ ਰਹੀ ਹੈ, ਕਿਸ ਤਰੀਕੇ ਨਾਲ ਕਿਸਾਨੀ ਨੂੰ ਤਬਾਹ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹੈ, ਕਿਸ ਤਰੀਕੇ ਨਾਲ ਸਾਡੀਆਂ ਜਿਹੜੀਆਂ ਸਾਇੰਟੀਫਿਕ ਸਿੱਖਿਆ ਹੈ ਉਹਨਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਜਿੱਦਾਂ ਦੇ ਵਾਈਸ ਚਾਂਸਲਰ ਲਾ ਰਹੇ ਯੂਨੀਵਰਸਿਟੀ ਨੇ, ਤੁਸੀਂ ਦੇਖੋ ਉਹਨਾਂ ਦਾ ਪ੍ਰੋਫਾਈਲ, ਉਹ ਵਾਈਸ ਚਾਂਸਲਰ ਲੱਗਣ ਦੇ ਯੋਗ ਹੈਗੇ ਕਿ ਨਹੀਂ ਹੈਗੇ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਸਾਰੇ ਪਾਸਿਆਂ ਤੋਂ ਦੇਸ਼ ਦੇ ਲੋਕਾਂ ਦੇ, ਸਧਾਰਨ ਲੋਕਾਂ ਦੇ ਉੱਤੇ, ਤੁਹਾਡੇ ਸਾਡੇ ਵਰਗੇ ਲੋਕਾਂ ਦੇ ਉੱਤੇ ਜਿਹੜੇ ਵਾਕਿਆ ਇਸ ਦੇਸ਼ ਦੇ ਵਾਰਸ ਹੈਗੇ ਆ ਉਹਨਾਂ ਤੇ ਉੱਥੇ ਹਮਲਾ ਹੋ ਰਿਹਾ। ਔਰ ਇਹ ਆਪੋਜੀਸ਼ਨ ਪਾਰਟੀਆਂ ਦਾ ਫਰਜ਼ ਵੀ ਬਣਦਾ ਕਿ ਉਹ ਸਾਰੇ ਇਕੱਠੇ ਹੋ ਕੇ ਉਸ ਹਮਲੇ ਦਾ ਜਵਾਬ ਦੇਣ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਚੈਲੰਜ ਸਾਡੇ ਸਾਹਮਣੇ ਆ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕਿਆ ਜਾ ਸਕੇ। ਜੀ ਸੇਖੋਂ ਸਾਹਿਬ, ਜਿਹੜਾ ਇੰਡੀਆ ਨਾਮ ਦਾ ਅਲਾਇੰਸ ਬਣਿਆ ਜਾਂ ਨੈਸ਼ਨਲ ਪੋਲਿਟਿਕਸ ਹੈ, ਇੱਥੇ ਸਾਡੇ ਪੰਜਾਬ ਦੀ ਕੀ ਸਪੇਸ ਹੋਊਗੀ? ਕਿਉਂਕਿ ਪੰਜਾਬ ਦਾ ਜਿਹੜਾ ਐਕਸ਼ਨ ਦੇ ਉੱਪਰ ਰਿਐਕਸ਼ਨ ਹੈ ਉਹ ਹਮੇਸ਼ਾ ਦਿੱਲੀ ਤੋਂ ਉਲਟ ਹੁੰਦਾ। ਜਦੋਂ 14 ਦੇ ਵਿੱਚ ਮੋਦੀ ਸਾਹਿਬ ਦੀ ਇੱਕ ਤੁਸੀਂ ਐਂ ਕਹਿ ਲਓ ਕਿ ਹਨੇਰੀ ਚੱਲ ਰਹੀ ਸੀ, ਉਦੋਂ 4 ਜਿਹੜੇ MP ਸੀ ਉਹ ਅਰਵਿੰਦ ਕੇਜਰੀਵਾਲ ਦੇ ਦੇਤੇ ਸੀ। ਜਦੋਂ ਸਾਰੇ ਦੇਸ਼ ਦੇ ਵਿੱਚ ਜ਼ਮਾਨਤਾਂ ਜ਼ਬਤ ਹੋ ਰਹੀਆਂ ਸੀ ਅਰਵਿੰਦ ਕੇਜਰੀਵਾਲ ਦੀ ਨਵੀਂ ਬਣੀ ਪਾਰਟੀ ਆਮ ਆਦਮੀ ਪਾਰਟੀ, ਉਦੋਂ ਪੰਜਾਬ ਨੇ 4 MP ਦਿੱਤੇ ਸੀ। ਡਾਕਟਰ ਧਰਮਵੀਰ ਗਾਂਧੀ ਵਰਗੇ ਸੁਹਿਰਦ ਲੋਕ ਸੀ ਜਿਨ੍ਹਾਂ ਦਾ ਵਾਹ ਵਾਸਤਾ ਐਜੂਕੇਸ਼ਨ ਦੇ ਨਾਲ ਸੀ, ਡਾਕਟਰੀ ਕਿੱਤੇ ਦੇ ਨਾਲ ਸੀ, ਯਾਨੀ ਕਿ ਦੂਜੀ ਸਟਰੀਮ ਦੇ ਵਿੱਚੋਂ ਆਏ ਹੋਏ ਲੋਕ ਸੀ ਉਹ, ਜਿਨ੍ਹਾਂ ਦੀ ਇੱਕ ਅੱਛੀ ਛਵੀ ਸੀ ਜਿਹਨਾਂ ਲੋਕਾਂ ਦੀ। ਤਾਂ ਹੁਣ
ਪੰਜਾਬ ਦੀ ਕੀ ਸਪੇਸ ਹੋਊਗੀ ਇੰਡੀਆ ਨਾਮ ਦੇ ਗਰੁੱਪ ਦੇ ਵਿੱਚ, ਤੇ ਜਿਹੜੇ 24 ਦਾ ਪੂਰਾ ਇੱਕ ਸਿਨੈਰੀਓ ਹੋਊਗਾ ਪੋਲੀਟੀਕਲ, ਉਹਦੇ 'ਚ ਤੁਹਾਡੀ ਅਸੈਸਮੈਂਟ ਕੀ ਹੈ, ਤੁਹਾਡਾ ਤਜਰਬਾ ਕੀ ਹੈ ਕਿ ਪੰਜਾਬ ਆਪਣੀ ਕੀ ਭੂਮਿਕਾ ਨਿਭਾ ਸਕਦਾ? ਦੇਖੋ 14 ਦੀ ਇਲੈਕਸ਼ਨ ਜਿਹੜੀ ਆਲ ਟੁਗੇਦਰ ਡਿਫਰੈਂਟ, ਮੈਂ ਤੁਹਾਡੀ ਗੱਲ ਨਾਲ ਸਹਿਮਤ ਕਰਦਾ ਕਿ ਪੰਜਾਬ ਦੇ ਲੋਕ ਹਮੇਸ਼ਾ ਨਵਾਂ ਐਕਸਪੈਰੀਮੈਂਟ ਕਰਦੇ ਆ। ਪੰਜਾਬ ਦੇ ਲੋਕ ਹਮੇਸ਼ਾ ਹੀ ਦਿੱਲੀ ਦਰਬਾਰ ਦੀਆਂ ਜ਼ਿਆਦਤੀਆਂ ਦੇ ਵਿੱਚ ਅਗੇਂਸਟ ਖੜੇ ਹੋਣ ਲਈ ਸਭ ਤੋਂ ਮੋਹਰੀ ਹੁੰਦੇ ਆ। ਸਾਨੂੰ ਤਾਂ ਇਸ ਗੱਲ ਦਾ ਬਹੁਤ ਦੁੱਖ ਲੱਗਦਾ ਹੈ ਕਿ ਅਕਾਲੀ ਦਲ ਜਿਹੜਾ ਕਿਸੇ ਸਮੇਂ ਇਹ ਜਿਹੜੀਆਂ ਦੇਸ਼ ਦੇ ਵਿੱਚ ਆਪੋਜੀਸ਼ਨ ਪਾਰਟੀਆਂ ਹੁੰਦੀਆਂ ਸੀਗੀਆਂ, ਇਹਦਾ ਇਹ ਮਾਰਗਦਰਸ਼ਕ ਸੀਗਾ ਔਰ ਉਹ ਹਮੇਸ਼ਾ ਹੀ ਅਕਾਲੀ ਦਲ ਵੱਲ ਜਾਂ ਪੰਜਾਬ ਦੇ ਲੋਕਾਂ ਵੱਲ ਉਹ ਦੇਖਦੇ ਹੁੰਦੇ ਸੀ। 14 ਦੇ ਵਿੱਚ ਕੇਜਰੀਵਾਲ ਦਾ ਕੀ ਹੈ, ਕੇਜਰੀਵਾਲ ਤੋਂ ਉਸ ਸਮੇਂ ਦੇ ਵਿੱਚ ਉਹ ਸਾਰੇ ਉਸ ਜਿਹੜਾ ਹੋਇਆ ਸੀਗਾ ਅੰਨਾ ਹਜ਼ਾਰੇ ਦਾ, ਉਹਨੂੰ ਕਹਿ ਲਈਏ ਤੁਸੀਂ ਜੋ ਮਰਜ਼ੀ ਕਹਿ ਸਕਦੇ ਹੋ, ਉਹਨੂੰ ਚੰਗਾ ਵੀ ਕਹਿ ਸਕਦੇ, ਉਹਦੇ ਵਿੱਚੋਂ ਇੱਕ ਇਨਵੋਲਵ ਹੋਇਆ ਬੰਦਾ ਸੀਗਾ ਔਰ ਇਹ ਕਿਉਂਕਿ ਉਹਦਾ ਪਾਰਟ ਸੀ ਸਾਰੇ ਸਿਸਟਮ ਦਾ ਔਰ ਆਪਣੇ ਆਪ ਨੂੰ ਬਹੁਤ ਵੱਡਾ ਸ਼ਹੀਦ ਦੱਸਿਆ ਕਿ ਮੈਂ ਇੰਡੀਅਨ ਰੈਵਨਿਊ ਸਰਵਿਸ ਛੱਡ ਕੇ ਆਇਆ ਮੈਂ ਸਾਰਾ ਜਿਹੜਾ ਜੋ ਵੀ ਉਹਨੂੰ ਉਸ ਸਮੇਂ ਹੁਣ ਤਾਂ ਲੱਗਦਾ ਕਿ ਉਹ ਸਾਰੀ ਪੋਲੀਟੀਕਲ ਨਟੰਕੀ ਸੀਗੀ, ਉਹਦੇ ਵਿੱਚ ਉਹਨੇ ਅਪਰੋਪਰੀਏਟ ਕੀਤਾ। ਪਰ ਉਸ ਵਿਚਾਰਧਾਰਾ ਦੇ ਪਿੱਛੇ ਜਿਹੜੇ ਤਕੜੇ ਬੰਦੇ ਸੀਗੇ, ਇਹਦੇ ਵਿੱਚ ਸ਼ਾਂਤੀ ਭੂਸ਼ਣ ਜੀ ਸੀਗੇ, ਮਰਹੂਮ ਸ਼ਾਂਤੀ ਭੂਸ਼ਣ ਜੀ, ਪ੍ਰਸ਼ਾਂਤ ਭੂਸ਼ਣ ਸਾਹਿਬ ਦੇ ਪਿਤਾ ਜੀ ਪ੍ਰਸ਼ਾਂਤ ਭੂਸ਼ਣ ਸੀਗੇ, ਉਹਦੇ ਵਿੱਚ ਆ ਵੱਡੇ ਵੱਡੇ ਆਸ਼ੂਤੋਸ਼ ਵਰਗੇ ਪੱਤਰਕਾਰ ਸੀਗੇ, ਉਹਦੇ ਵਿੱਚ ਜੋਗਿੰਦਰ ਯਾਦਵ ਵਰਗੇ ਸੀਗੇ, ਪ੍ਰੋਫੈਸਰ LK ਝਾ ਵਰਗੇ ਸੀਗੇ, ਪ੍ਰੋਫੈਸਰ ਆਨੰਦ ਕੁਮਾਰ ਵਰਗੇ ਸੀਗੇ ਔਰ ਐਡਮਿਰਲ ਰਾਮਦਾਸ ਵਰਗੇ ਹਜ਼ਾਰਾਂ ਸੈਂਕੜੇ ਲੋਕ ਸੀ ਔਰ ਵਰਕਰ ਸੀ ਤੁਹਾਡੇ ਸਾਡੇ ਵਰਗੇ, ਜਿਨ੍ਹਾਂ ਦੀ ਵਜ੍ਹਾ ਕਰਕੇ ਪੰਜਾਬ ਦੇ ਵਿੱਚ 4 ਸੀਟਾਂ ਮਿਲ ਗਈਆਂ। ਭਗਵੰਤ ਮਾਨ ਹੁਣਾਂ ਨੂੰ ਤਾਂ ਉਦੋਂ ਆਵਾਜ਼ ਮਾਰ ਕੇ ਸਾਡੇ 2 ਵਿਅਕਤੀ ਸੀ, ਇਹਨਾਂ ਨੇ ਆਵਾਜ਼ ਮਾਰ ਕੇ ਇਹਨੂੰ ਟਿਕਟ ਦਿੱਤੀ ਸੀਗੀ ਕਿ ਭਾਈ ਤੂੰ ਪਹੁੰਚ ਜਾ। ਇਹ ਉੱਥੇ ਹੋਰ ਗਾਂਧੀ ਸਾਹਿਬ ਨੂੰ ਪੁੱਛ ਲਿਓ ਕਿਤੇ ਵੀ, ਗਾਂਧੀ ਸਾਹਿਬ ਤਾਂ ਮਿਲਣ ਚਲੇ ਗਏ ਸੀਗੇ ਤੇ ਭਗਵੰਤ ਮਾਨ ਸਾਹਿਬ ਉਸ ਦਿਨ ਕੋਈ ਪਤਾ ਨਹੀਂ ਇਹਨਾਂ ਨੂੰ ਕੰਮ ਪੈ ਗਿਆ ਜਾਂ ਕੋਈ ਹੋਰ ਗੱਲ ਹੋ ਗਿਆ, ਇਹ ਦਿੱਲੀ ਨਹੀਂ ਸੀ ਪਹੁੰਚੇ। ਅਗਲੇ ਦਿਨ ਇਹਨਾਂ ਨੂੰ ਕਿਹਾ ਵੀ ਜਾਓ ਉਹਨਾਂ ਨੂੰ ਮਿਲ ਆਓ ਤੁਸੀਂ। ਚਲੋ ਚਾਹੁੰਦੇ ਸੀ ਅਸੀਂ ਆਈਕਨ ਪੰਜਾਬ 'ਚ ਲਿਆਂਦੇ ਜਾਣ, ਸੁੱਚਾ ਸਿੰਘ ਛੋਟੇਪੁਰ ਨੂੰ ਲਿਆਂਦਾ, ਇੱਥੋਂ ਡਾਕਟਰ ਦਲਜੀਤ ਸਿੰਘ ਨੂੰ ਲਿਆਂਦਾ, ਫਿਰ ਉੱਥੋਂ ਅਸੀਂ ਤਰਨਤਾਰਨ ਦੇ ਉੱਤੋਂ ਅਸੀਂ ਭਾਈ ਬਲਦੀਪ ਸਿੰਘ ਹੁਣੀ ਲਿਆਂਦੇ, ਇੱਦਾਂ ਦੇ ਬੰਦੇ ਲਿਆਂਦੇ ਗਏ ਵੀ ਤੁਸੀਂ ਭਾਈ ਅੱਗੇ ਆਓ, ਪੰਜਾਬ ਦੀ ਤਕਦੀਰ ਤਸਵੀਰ ਬਦਲੀਏ। ਉਹ ਇਸ ਕਰਕੇ ਉਹ ਕੇਜਰੀਵਾਲ ਠੀਕ ਆ, ਉਸ ਸਮੇਂ 'ਚ ਕੋਈ ਆਈਕਨ ਹੁੰਦਾ ਕਿ ਮੌਕੇ ਦੇ ਉੱਤੇ ਆਉਂਦਾ ਬੰਦਾ ਵੀ ਇਹ ਬੰਦਾ ਜਿਹੜਾ ਹੈਗਾ ਵਾ। ਤੇ ਜੇ ਕਹੀ ਜਾਵੇ ਵੀ ਲੋਕਾਂ ਨੇ ਕੇਜਰੀਵਾਲ ਨੂੰ ਸਾਹਮਣੇ ਰੱਖ ਕੇ ਵੋਟਾਂ ਪਾਈਆਂ ਨਹੀਂ ਆ, ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਉਸ ਸਮੇਂ 'ਚ ਸਭ ਨੂੰ ਪਤਾ ਸੀ ਵੀ ਮੋਦੀ ਜਿਹੜਾ ਹੈਗਾ ਵਾ ਜਾਂ ਮੋਦੀ ਦੀ BJP ਪਾਰਟੀ ਜਿਹੜੀ ਹੈਗੀ ਆ ਉਹ ਮਰਜ ਹੋ ਰਹੀ ਆ, ਤੇ ਉਹ ਜਿਹੜਾ ਸੀ ਉਹਨੂੰ ਰਜਿਸਟ ਕਰਨ ਵਾਸਤੇ ਕੰਮ ਕੀਤਾ ਸੀਗਾ। ਔਰ ਬਾਅਦ 'ਚ ਤੁਸੀਂ 17 'ਚ ਵੇਖ ਲਿਆ, ਉਹੀ ਕੇਜਰੀਵਾਲ ਸੀ ਜਿਹੜਾ ਉਹ ਕਹਿੰਦਾ ਸੀ ਵੀ ਮੈਨੂੰ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਹਿਤਾ ਸੀਗਾ ਕਿ ਮੈਨੂੰ ਮੁੱਖ ਮੰਤਰੀ ਜਿਹੜਾ ਹੋ ਸਕਦਾ ਕੇਜਰੀਵਾਲ ਹੋਣ, ਲੋਕਾਂ ਨੇ ਉੱਥੇ ਬਿਠਾ ਦਿੱਤਾ। ਇਹ ਤਾਂ ਅਨਫੋਰਚੂਨੇਟ ਪਾਰਟ ਹੈ ਕਿ ਜਿਹੜੀਆਂ ਸਾਡੀਆਂ ਟ੍ਰੈਡੀਸ਼ਨਲ ਪਾਰਟੀਆਂ ਹੈਗੀਆਂ, ਇਹਨਾਂ ਦੇ ਲੀਡਰ ਵਜੇ ਤੋਂ ਬਹੁਤ ਸਾਰੇ ਹੁਣ BJP ਚਲੇ ਗਏ, ਬਹੁਤ ਸਾਰੇ ਦੂਸਰੇ ਪਾਸੇ ਚਲੇ ਗਏ, ਬਹੁਤ ਸਾਰੇ ਕਰਪਸ਼ਨ ਦੇ ਕੇਸਾਂ 'ਚ ਫਸੇ ਆ। ਸਾਨੂੰ ਸਾਰਿਆਂ ਨੂੰ ਪਤਾ ਵਾ ਵੀ ਕੋਈ ਇਹਨਾਂ 'ਚੋਂ 2-4 ਬੰਦੇ ਹੋ ਸਕਦੇ ਆ ਜਿਹੜੇ ਬੰਦੇ ਉਹਨੂੰ ਕਹੀਏ ਵੀ ਇਹ ਬੰਦਿਆਂ ਨੇ ਦਿਆਨਤਦਾਰੀ ਨਾਲ ਕੰਮ ਕੀਤਾ, ਬਾਕੀ ਤਾਂ ਸਾਰੇ ਉਸੇ ਹਮਾਮ ਦੇ ਵਿੱਚ ਨੰਗੇ ਵੀ ਸੀਗੇ ਤੇ ਸਾਰੇ ਇਕੱਠੇ ਰਲ ਮਿਲ ਕੇ ਜਿਹੜੇ ਨਹਾਉਂਦੇ ਵੀ ਸੀ। ਉਸ ਕਰਕੇ ਪੰਜਾਬ ਦੇ ਲੋਕਾਂ ਦਾ ਜਿਹੜਾ ਰਿਐਕਸ਼ਨ ਸੀ, ਰਿਸਪੌਂਸ ਸੀਗਾ, ਉਹ 2022 ਦੇ ਵਿੱਚ ਉਸ ਚੀਜ਼ ਕਰਕੇ ਸੀਗਾ। ਪਰ ਤੁਸੀਂ ਦੇਖੋ ਕਿ 2022 ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਿੱਤੇ ਹੋਏ ਬੰਦੇ ਦੀਆਂ ਅੱਖਾਂ ਕਿੱਦਾਂ ਬਦਲੀਆਂ। ਤੁਹਾਡੇ ਸੰਗਰੂਰ ਦੇ ਵਿੱਚ ਹੀ 9 ਦੀਆਂ 9 ਅਸੈਂਬਲੀ ਦੇ ਵਿੱਚ ਆਮ ਆਦਮੀ ਪਾਰਟੀ ਸੀਗੀ, ਮੁੱਖ ਮੰਤਰੀ ਉੱਥੋਂ ਸੀਗਾ, ਹੋਰ ਮੰਤਰੀ ਉੱਥੋਂ ਸੀਗੇ, ਲੋਕਾਂ ਨੇ ਉਹਨੂੰ ਲਾਂਭੇ ਕਰ ਦਿੱਤਾ। ਜਲੰਧਰ ਦੀ ਸੀਟ ਜਿੱਤੀ ਇਹਨਾਂ ਨੇ ਗੋਡੇ ਲਵਾ ਕੇ ਜਿੱਤੀ ਆ ਔਰ ਉਹਨਾਂ ਨੇ ਉਹੀ ਤੰਤਰ ਵਰਤੇ ਆ, ਹੱਥ ਕੰਡੇ ਵਰਤੇ ਆ ਜਿਹੜੇ ਹੱਥ ਕੰਡੇ ਰਵਾਇਤੀ ਪਾਰਟੀਆਂ ਵਰਤਦੀਆਂ ਸੀਗੀਆਂ। ਆਪਣਾ ਕੈਂਡੀਡੇਟ ਨਹੀਂ ਖੜਾ ਕਰ ਸਕੇ, ਪਾਰਟੀ ਨਹੀਂ ਬਣਾ ਸਕੇ। ਹੁਣ 13 ਬੰਦੇ ਲਿਆਉਣਗੇ, ਕਦੀ ਉਹ BJP ਲਿਆਉਣਗੇ, ਕਦੀ ਉਹ ਦੂਸਰੇ ਪਾਸਿਓਂ ਲੈ ਕੇ ਆਉਣਗੇ, ਕਦੀ ਉਹ ਅਕਾਲੀਆਂ ਵਾਲੇ ਪਾਸਿਓਂ ਲੈ ਕੇ ਆਉਣਗੇ। ਇਸ ਕਰਕੇ ਇਹ ਕੇਜਰੀਵਾਲ ਨੇ ਜਾਂ ਉਹਦੇ ਜਿਹੜੇ ਬੇਲੀਆਂ ਨੇ ਪੰਜਾਬ ਦੇ ਵਿੱਚ ਜਿਹੜੀ ਸਪਿਰਿਟ ਸੀਗੀ ਚੇਂਜ ਦੀ, ਮੈਨੂੰ ਤਾਂ ਲੱਗਦਾ ਵੀ ਉਹਨੂੰ ਡੈਮੇਜ ਕਰ ਦਿੱਤਾ, ਉਹਨੂੰ ਮਾਰ ਦਿੱਤਾ। ਔਰ ਇਹਨਾਂ ਦਾ ਪਿਛਲੇ ਸਾਲ ਉੱਥੇ ਬੰਦਾ ਜਿੱਤਿਆ ਸੀ ਕਿਉਂਕਿ ਲੋਕਾਂ ਨੂੰ ਬਹੁਤ ਚਾਅ ਸੀਗਾ। ਇਸ ਵਾਰ ਉੱਥੇ ਜਿਹੜਾ ਕਾਂਗਰਸ ਪਾਰਟੀ ਦਾ, ਮੈਂ ਕਾਂਗਰਸ ਪਾਰਟੀ ਦਾ ਸਪੋਕਸਪਰਸਨ ਨਹੀਂ ਹਾਂ, ਮੈਂ ਕਾਂਗਰਸ ਪਾਰਟੀ ਦੇ ਕਰਪਟ ਲੀਡਰਾਂ ਨੂੰ ਜਿਹੜਾ ਹੈਗਾ ਜਿਨ੍ਹਾਂ ਨੇ ਪੰਜਾਬ ਦਾ ਸੱਤਿਆਨਾਸ਼ ਪੁੱਟਿਆ ਉਹਦੀ ਜਿਹੜੀ ਹੈਗੀ ਉਹਨੂੰ ਕ੍ਰਿਟਿਸਿਜ਼ਮ ਕਰਦਾ ਵਾਂ। ਪਰ ਸਮੱਸਿਆ ਇਹ ਹੈ ਕਿ ਜਿਸ ਆਸ਼ਾ ਵਾਸਤੇ ਇਹਨਾਂ ਨੂੰ ਲੋਕਾਂ ਨੇ ਲਿਆਂਦਾ ਸੀਗਾ, ਇਹ ਉਹ ਆਸ਼ਾ ਦੇ ਉੱਤੇ ਪੂਰੇ ਨਹੀਂ ਉੱਠਦੇ। ਪੰਜਾਬ ਦੇਸ਼ ਦੀ ਰਾਜਨੀਤੀ ਦੇ ਵਿੱਚ ਰਾਜਨੀਤਿਕ ਤੌਰ ਤੇ ਕੋਈ ਬਹੁਤ ਵੱਡਾ ਉਹਦੀ ਸਪੇਸ ਨਹੀਂ ਹੈਗੀ। ਤੁਹਾਡੇ ਕੋਲ 13 MP ਹੈਗੇ ਆ, ਸਾਰੀਆਂ ਪਾਰਟੀਆਂ ਦੇ ਬੰਦੇ ਜਿੱਤੇ ਜਾਂਦੇ ਆ, ਕਦੀ BJP ਵੀ 2-3 ਸੀਟਾਂ ਜਿੱਤ ਲੈਂਦੀ ਆ, ਕਦੀ ਅਕਾਲੀ ਜਿੱਤ ਲੈਂਦੇ ਆ, ਕਾਂਗਰਸ ਵੀ ਸੀਟਾਂ ਜਿੱਤ ਲੈਂਦੀ ਆ। ਔਰ ਇਸ ਕਰਕੇ ਇਹ ਜਿਹੜਾ ਹੈਗਾ ਇਹਨਾਂ ਦਾ ਤੁਸੀਂ ਕਹਿੰਦੇ ਕਿ ਆਪਸ ਵਿੱਚ ਚੱਲੀ ਜਾਂਦਾ ਵਾ, ਹੋ ਰਿਹਾ ਵਾ, ਉਹ ਕਲੈਸ਼ ਆਫ ਈਗੋਸ ਹੈਗੀ ਆ। ਲੋਕ ਬਹੁਤ ਕਲੀਅਰ ਹੈਗੇ ਆ, ਲੋਕਾਂ ਨੇ ਜਿਹਨੂੰ ਵੋਟ ਪਾਉਣੀ ਆ, ਜ਼ਰੂਰੀ ਨਹੀਂ ਅਲਾਇੰਸ ਦੇ ਨਾਲ ਕਦੀ ਵੋਟਾਂ ਨਹੀਂ ਪੈਂਦੀਆਂ। ਲੋਕੀ ਇਸ ਮਾਮਲੇ ਦੇ ਵਿੱਚ ਕਾਫੀ ਸਮਝਦਾਰ ਹੈਗੇ ਆ। ਹੁਣ ਦਿੱਲੀ ਦੇ ਵਿੱਚ ਵੀ ਲੋਕੀ ਸਿਆਣੇ ਸੀਗੇ ਕਿ ਰੀਜਨਲ ਪਾਰਟੀ ਦੇ ਵਿੱਚ ਉਹ
ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਦਿੰਦੇ ਸੀਗੇ, ਜਦੋਂ ਨੈਸ਼ਨਲ ਪਾਰਟੀ ਆਉਂਦੀ ਸੀ ਉਹਨੂੰ ਕਾਂਗਰਸ ਨੂੰ ਵੋਟਾਂ ਪਾ ਦਿੰਦੇ ਸੀਗੇ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈਗਾ ਵਾ ਕਿ ਇਹ ਲੀਡਰ ਜਿਹੜੇ ਹੈਗੇ ਆ, ਜਦੋਂ ਆਪਣੇ ਆਪ ਨੂੰ ਜਿਹੜਾ ਬਹੁਤ ਜ਼ਿਆਦਾ ਸਮਝਣਾ ਸ਼ੁਰੂ ਕਰ ਦਿੰਦੇ ਆ, ਜਾਂ ਲੱਗਦਾ ਕਿ ਸਾਰੀ ਦੁਨੀਆ ਸਾਡੇ ਨਾਲ ਬੈਠੀ ਆ, ਜਿੱਥੇ ਈਗੋ ਆ ਜਾਂਦੀ। ਉਹ ਕਾਂਗਰਸ ਵਾਲੇ ਦਾ ਵੀ ਇਹੀ ਹਾਲ ਵਾ। ਕਾਂਗਰਸ ਪਾਰਟੀ ਵੀ ਤੇ ਪੰਜਾਬ ਦੇ ਵਿੱਚ ਤੁਸੀਂ ਦੇਖੋ ਨਾ, ਕਿਹੜਾ ਕਾਂਗਰਸ ਪਾਰਟੀ ਦਾ ਲੀਡਰ ਵਾ ਜਿਹੜਾ ਸਾਰੇ ਪੰਜਾਬ ਦੇ ਵਿੱਚ ਪ੍ਰਵਾਨਿਤ ਲੀਡਰ ਵਾ? ਕੋਈ ਮਾਝੇ ਤੱਕ ਸੀਮਤ ਆ, ਕੋਈ ਦੁਆਬੇ ਤੱਕ ਸੀਮਤ ਆ, ਕੋਈ ਮਾਲਵੇ ਤੱਕ ਸੀਮਤ ਆ। ਸੋ ਇਸ ਕਰਕੇ ਇਹ ਜੋ ਕਹਿੰਦੇ ਆ ਕਰਦੇ ਆ, ਅਲਾਇੰਸ ਹੁੰਦਾ ਵਾ ਨਹੀਂ ਹੁੰਦਾ, ਇੱਕ ਦੂਜੇ ਨੂੰ ਥੱਲੇ ਕਰਦੇ ਆ ਨਹੀਂ ਕਰਦੇ, ਮੈਨੂੰ ਲੱਗਦਾ ਵੀ ਉਹਦੇ ਨਾਲ ਲੋਕਾਂ ਤੇ ਕੋਈ ਬਹੁਤਾ ਵੱਡਾ ਅਸਰ ਪੈਣ ਵਾਲਾ ਨਹੀਂ ਹੈ। ਜੀ ਸੇਖੋਂ ਸਾਹਿਬ, ਤੁਸੀਂ ਜਲੰਧਰ ਦੀ ਇਲੈਕਸ਼ਨ ਦੀ ਗੱਲ ਕੀਤੀ। ਜਲੰਧਰ ਦੀ ਇਲੈਕਸ਼ਨ ਤਾਂ ਜਿਹੜੀ ਆਮ ਆਦਮੀ ਪਾਰਟੀ ਦੀ ਸਪਿਰਿਟ ਸੀ, ਪਾਰਟੀ ਨੇ ਉਸ ਸਪਿਰਿਟ ਨੂੰ ਖਤਮ ਕਰਕੇ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਸ ਤਰ੍ਹਾਂ ਇੱਕ ਹੱਥ ਕੰਡੇ ਅਪਣਾ ਕੇ ਜਲੰਧਰ ਦੀ ਇਲੈਕਸ਼ਨ ਲੜੀ ਤੇ ਉਸ ਤਰੀਕੇ ਦੇ ਨਾਲ ਉਹ ਜਿੱਤ ਪ੍ਰਾਪਤ ਕੀਤੀ ਉਸ ਇਲੈਕਸ਼ਨ ਦੇ ਉੱਪਰ। ਯਾਨੀ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਮੁੱਖ ਬੇਸ ਸੀ ਉਹਨੂੰ ਉਲੰਭੇ ਕਰਕੇ ਉਹਨਾਂ ਨੂੰ ਲੱਗਿਆ ਕਿ ਏਦਾਂ ਤਾਂ ਸਿਆਸਤ ਹੋਣੀ ਨਹੀਂ ਹੈਗੀ। ਜੇਕਰ ਅਸੀਂ ਸੱਚਮੁੱਚ ਆਪਣਾ ਜਿਹੜੀ ਸਾਡੀ ਸਲਤਨਤ ਹੈ ਕਾਇਮ ਰੱਖਣੀ ਹੈ, ਸੰਗਰੂਰ ਵਾਲੀ ਸਾਡੇ ਨਾਲ ਨਾ ਹੋਵੇ, ਤਾਂ ਸਾਨੂੰ ਵੀ ਉਹ ਕੁਝ ਕਰਨਾ ਪੈਣਾ ਜਿਹੜੀਆਂ ਪਾਰਟੀਆਂ ਹੁਣ ਤੱਕ ਕਰਦੀਆਂ ਆਈਆਂ ਨੇ। ਸਾਰੀ ਮਸ਼ੀਨਰੀ ਉੱਤੇ ਝੋਕੀ ਗਈ। ਹੁਣ ਜੇਕਰ ਦੇਖੋ, ਬੇਸ਼ੱਕ ਕਹਿੰਦੇ ਨੇ ਕਿ ਕਾਂਗਰਸ ਕਰਪਸ਼ਨ ਦਾ ਇੱਕ ਵੱਡਾ ਘਰ ਰਹੀ ਹੈ। ਕੇਜਰੀਵਾਲ ਸਾਹਿਬ ਜਦੋਂ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਵਿੱਚੋਂ ਨਿਕਲੇ ਆਪਣੀ ਇੱਕ ਪੂਰੀ ਟੀਮ ਲੈ ਕੇ, ਤਾਂ ਉਦੋਂ ਮੇਨ ਨਿਸ਼ਾਨਾ ਕਾਂਗਰਸ ਸੀ, ਸ਼ੀਲਾ ਦੀਕਸ਼ਿਤ ਸੀ ਉਦੋਂ ਮੁੱਖ ਨਿਸ਼ਾਨਾ। ਪਰ ਉਦੋਂ ਦਿੱਲੀ ਦੇ ਵਿੱਚ ਵੀ ਅਲਾਇੰਸ ਹੋ ਗਿਆ ਸੀ, ਭਾਵੇਂ ਥੋੜੇ ਚਿਰ ਦੇ ਲਈ ਸਹੀ। ਅੱਜ ਬੇਸ਼ੱਕ ਪਾਰਟੀ ਦੇ ਵੱਡੇ ਸਿਆਸਤਦਾਨ ਨੇ, ਉਹਨਾਂ ਦੇ ਬਿਆਨ ਵੀ ਆ ਰਹੇ ਨੇ ਕਿ ਅਸੀਂ ਕੋਈ ਅਲਾਇੰਸ ਨਹੀਂ ਕਰਾਂਗੇ, ਸਾਡਾ ਆਪਸ ਦੇ ਵਿੱਚ ਕੋਈ ਲੈਣ ਦੇਣ ਨਹੀਂ ਹੈਗਾ, ਸਾਡੀ ਤਾਂ ਵਿਚਾਰਧਾਰਾਵਾਂ, ਸਾਡੇ ਤਾਂ ਰੂਟ ਹੀ ਵੱਖਰੇ ਨੇ ਸਾਰੇ ਪੋਲੀਟਿਕਸ ਦੇ। ਕੀ ਲੱਗਦਾ ਸਾਰਾ ਕੁਝ ਫਿਰ ਇੱਕ ਵਾਰ ਛਿੱਕੇ ਟੰਗ ਕੇ ਇੱਕ ਵੱਡਾ ਇੱਕ ਆਈਡੀਆ ਅੱਗੇ ਰੱਖ ਕੇ, ਆਈਡੀਆ ਇਹ ਹੋਵੇ ਕਿ ਹੁਣ ਲੜਾਈ ਵੱਡੀ ਲੜਾਈ ਹੈ, ਕੇਂਦਰ ਦੇ ਵਿੱਚੋਂ ਬੀਜੇਪੀ ਨੂੰ ਪਾਸੇ ਕਰਨ ਦੀ ਲੜਾਈ ਹੈ। ਹੁਣ ਤਾਂ ਸਾਨੂੰ ਇਕੱਠੇ ਹੋਣਾ ਪੈਣਾ। ਅਸੀਂ ਆਪਣੇ ਹਿੱਤਾਂ ਦੇ ਲਈ ਇਕੱਠੇ ਨਹੀਂ ਹੋਏ, ਅਸੀਂ ਤਾਂ ਭਾਰਤ ਨੂੰ, ਦੇਸ਼ ਨੂੰ ਬਚਾਉਣ ਦੇ ਲਈ ਇਕੱਠੇ ਹੋਏ ਹਾਂ। ਪੰਜਾਬ ਦੀ ਇਕਾਈ ਇਹ ਗੱਲ ਰੱਖ ਸਕਦੀ ਹੈ ਅੱਗੇ ਇਕੱਠਜੋੜ ਕਰਕੇ? ਗੁਰਜਿੰਦਰ ਜੀ, ਇਹ ਗੱਲ ਰਾਜਨੀਤੀ ਵਾਲਿਆਂ ਨੇ ਜਿੱਦਣ ਸੋਚਣੀ ਸ਼ੁਰੂ ਕਰਤੀ, ਉਦੋਂ ਦੇਸ਼ ਦਾ ਭਲਾ ਹੋ ਜਾਊਗਾ, ਸਾਡਾ ਤੁਹਾਡਾ ਭਲਾ ਹੋ ਜਾਊਗਾ। ਇਹ ਤਾਂ ਹੀ ਸੋਚ ਸਕਦੇ ਆ ਜੇ ਉਹ ਉਸ ਟੇਚਰ ਦੇ ਹੋਣ, ਜੋ ਉਸ ਜਿਹਨੂੰ ਕਹਿੰਦੇ ਨਾ ਜਿਹੜੇ ਹੈਗੇ ਰਾਜਨੀਤਿਕ ਬੰਦੇ ਹੋਣ, ਜਿਹੜੇ ਸਟੇਟਸਮੈਨ ਹੋਣ। ਅਨਫੋਰਚੂਨੇਟਲੀ ਇਹ ਚੀਜ਼ ਨਹੀਂ ਹੈ। ਜੇ ਇਹ ਨਹੀਂ ਕਰਨਗੇ ਤਾਂ ਲੋਕ ਇਹਨਾਂ ਨੂੰ ਸਭ ਕੁਝ ਸਿਖਾ ਦੇਣਗੇ। ਆਮ ਤੌਰ ਤੇ ਹੁੰਦਾ ਕੀ ਆ, ਜੇ ਲਾਰਜਰ ਕੰਟੈਕਸਟ ਦੇਖਿਆ ਜਾਵੇ ਕਿ ਲੈਫਟ ਤੇ ਕਾਂਗਰਸ ਕੇਰਲਾ ਦੇ ਵਿੱਚ ਜਿਹੜੀ ਹੈਗੀ ਆ ਉਹ ਇੱਕ ਦੂਜੇ ਦੇ ਅਗੇਂਸਟ ਲੜਦੇ ਆ। ਉਹਦੇ ਵਿੱਚ ਦੂਸਰਾ ਜਿਹੜਾ ਹੈਗਾ ਸੀ ਬੰਗਾਲ ਦੇ ਵਿੱਚ ਵੀ ਲੜਦੇ ਆ। ਪਰ 2004 ਦੇ ਵਿੱਚ ਜਿਹੜਾ ਖਾਸ ਕਰਕੇ ਲੈਫਟ ਦਾ ਬਹੁਤ ਵੱਡਾ ਰੋਲ ਸੀਗਾ ਨੌਨ ਬੀਜੇਪੀ ਸਰਕਾਰ ਨੂੰ ਉੱਥੇ ਲੈ ਕੇ ਆਉਣਾ। ਉਹ ਵੱਡੇ ਲੀਡਰ ਸੀ ਉਸ ਸਮੇਂ ਦੇ ਵਿੱਚ। ਅਨਫੋਰਚੂਨੇਟ ਗੱਲ ਇਹ ਹੈਗੀ ਆ ਕਿ ਵੈਕਿਊਮ ਬਹੁਤ ਜ਼ਿਆਦਾ ਹੈ। ਇਹ ਜਿਹੜੇ ਲੀਡਰ ਵਾ ਇਲੈਕਸ਼ਨ ਤੱਕ ਹੀ ਸੋਚਦੇ ਆ। ਇਹ ਲੀਡਰ ਆਪਣੀ ਤੂੰ ਮੈਂ ਤੱਕ ਹੀ ਸੋਚਦੇ ਆ। ਇਹ ਲੀਡਰ ਇਹੀ ਸੋਚਦੇ ਆ ਕਿ ਮੈਂ ਵੱਡਾ, ਜੇ ਮੈਂ ਕੋਈ ਗੱਲ ਕਹਿ ਦਿੱਤੀ ਆ ਤੇ ਮੇਰੀ ਗੱਲ ਮੰਨਣੀ ਜਾਣੀ ਚਾਹੀਦੀ ਆ। ਇਹ ਤੇ ਇਹਨਾਂ ਦੀ ਮਜਬੂਰੀ ਆ ਇਕੱਠਿਆਂ ਹੋਣਾ। ਜੇ ਇਕੱਠੇ ਨਹੀਂ ਹੋਣਗੇ ਤੇ ਲੋਕਾਂ ਨੇ ਆਪਣਾ ਫਤਵਾ ਦੇ ਦੇਣਾ ਵਾ। ਜੇ ਲੋਕਾਂ ਨੇ ਇਹ ਸੋਚ ਲਿਆ, ਇਹ ਸਾਡੇ ਕੋਲ 1977 ਦੀ ਗੱਲ ਹੈਗੀ ਆ, 9 ਸਟੇਟਾਂ ਦੇ ਵਿੱਚ, ਨਾਰਥ ਇੰਡੀਆ ਦੇ ਵਿੱਚ ਕਾਂਗਰਸ ਦਾ ਪੱਤਾ ਸਾਫ਼ ਕਰ ਦਿੱਤਾ। ਇੰਦਰਾ ਗਾਂਧੀ ਜਿਹੜੀ ਸੀਗੀ ਉਹ ਰਾਜ ਨਾਰਾਇਣ ਹੁੰਦਾ ਸੀ, ਉਹਨੂੰ ਉਸ ਸਮੇਂ 'ਚ ਕਹਿੰਦੇ ਹੁੰਦੇ ਸੀ, ਬਹੁਤ ਮਤਲਬ ਸੀਰੀਅਸ ਨਹੀਂ ਸੀਗਾ, ਉਹਨੂੰ ਹਰਾ ਕੇ ਰੱਖ ਦਿੱਤਾ। ਇਹ ਠੀਕ ਆ, ਹਾਲਾਤ ਬਦਲ ਗਏ। ਬੀਜੇਪੀ ਨੂੰ ਇਹਨਾਂ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ। ਬੀਜੇਪੀ ਦੀਆਂ ਜਾਂ ਆਰਐਸਐਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੈਗੀਆਂ। ਪਿਛਲੇ 9 ਸਾਲਾਂ ਦੇ ਰੂਲ ਦੇ ਵਿੱਚ, ਰਜੀਮ ਦੇ ਵਿੱਚ ਉਹਨਾਂ ਨੇ ਆਪਣੀ ਪੈਂਠ ਬਣਾਈ ਆ। ਉਹਨਾਂ ਨੇ ਆਪਣਾ ਢਾਂਚਾ ਖੜਾ ਕੀਤਾ ਵਾ। ਉਹਨਾਂ ਕੋਲ ਰਿਸੋਰਸਿਸ ਦੇ ਜਿੰਨੇ ਉਹਨਾਂ ਕੋਲ ਰਿਸੋਰਸਿਸ ਆ, ਤੁਸੀਂ ਨਹੀਂ ਬੀਟ ਕਰ ਸਕਦੇ। ਮੀਡੀਆ ਉਹਨਾਂ ਦੇ ਨਾਲ ਲੋਕਾਂ ਨੂੰ ਗਲਤ ਇਨਫੋਰਮੇਸ਼ਨ ਫੀਡ ਕਰਨ ਵਾਸਤੇ ਰਾਤ ਦਿਨ ਉਹਨਾਂ ਦੇ ਨਾਲ ਲੱਗਾ ਹੈ। ਅੰਧ ਭਗਤਾਂ ਦੀ ਗਿਣਤੀ ਜਿਹੜੀ ਆ ਬਹੁਤ ਵਧੀ ਆ। ਪਰ ਦੂਸਰੇ ਪਾਸੇ ਲੋਕਾਂ ਦੀਆਂ ਸਮੱਸਿਆ ਵੀ ਵਧੀਆਂ ਵਾ, ਲੋਕਾਂ 'ਚ ਚੇਤਨਤਾ ਵੀ ਆਈ ਆ। ਇਹ 2024 ਦੀਆਂ ਇਲੈਕਸ਼ਨਸ ਜਿਹੜੀਆਂ ਹੈਗੀਆਂ, ਅਸੀਂ ਕ੍ਰਾਸ ਰੋਡ ਦੇ ਉੱਤੇ ਆ। ਕਿ ਅਸੀਂ ਗਾਂਹ ਨੂੰ ਜਾਣਾ ਵਾ ਕਿ ਅਸੀਂ ਪਿਛਾਂਹ ਨੂੰ ਜਾਣਾ। 2014 ਦੇ ਵਿੱਚ ਇੱਕ ਉਸ ਸਮੇਂ ਗੱਲ ਕੀਤੀ ਸੀ ਇੱਕ ਸਕਾਲਰ ਨੇ ਕਿ ਇਹ ਨਵਾਂ ਰਿਪਬਲਿਕ ਸ਼ੁਰੂ ਹੋ ਰਿਹਾ ਵਾ। ਸਾਨੂੰ ਉਸ ਸਮੇਂ ਯਕੀਨ ਨਹੀਂ ਸੀ ਆ ਰਿਹਾ, ਪਰ 2023 ਤੱਕ ਹੋ ਰਿਹਾ ਸਾਨੂੰ ਸਮਝ ਆ ਗਈ ਕਿ ਦੇਸ਼ ਦੇ ਵਿੱਚ ਨਵਾਂ ਰਿਪਬਲਿਕ ਸ਼ੁਰੂ ਹੋ ਰਿਹਾ। ਜਦੋਂ ਉਹਨਾਂ ਨੇ ਇੰਡੀਆ ਨੂੰ ਭਾਰਤ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਉਹਨਾਂ ਨੇ ਇਹ ਸਾਰੀ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਉਹਨਾਂ ਨੇ ਇਹ ਨੋਟਬੰਦੀ ਸ਼ੁਰੂ ਕੀਤੀ, ਜਦੋਂ ਉਹਨਾਂ ਨੇ ਕਿਸਾਨਾਂ ਦੇ ਕਾਨੂੰਨ ਬਣਾਏ, ਜਦੋਂ ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਅੰਦਰ, ਜਾਂ ਜਿਹੜੇ ਪ੍ਰੈਸ ਵਾਲੇ ਤੁਹਾਡੇ ਸੱਜਣ ਸੀ ਉਹਨਾਂ ਨੂੰ ਫੜ ਕੇ ਅੰਦਰ ਕਰ ਦਿੱਤਾ, ਜਦੋਂ ਸਕਾਲਰਾਂ ਨੂੰ ਅੰਦਰ ਕਰਨਾ ਸ਼ੁਰੂ ਕਰ ਦਿੱਤਾ, ਜਦੋਂ ਤੁਹਾਡੀ ਆਵਾਜ਼ ਦਬਾਉਣ ਲੱਗੀ, ਔਰ ਜਦੋਂ ਕਹਿਣ ਲੱਗੇ ਕਿ ਇੱਕੇ ਸਮੇਂ ਇੱਕੋ ਚੋਣਾਂ ਹੋਣੀਆਂ ਚਾਹੀਦੀਆਂ ਵਾ। ਇਹਦਾ ਮਤਲਬ ਕੀ ਹੈਗਾ? ਜਦੋਂ ਇਹ ਗੱਲਾਂ ਉੱਠੀਆਂ ਕਿ ਸੰਵਿਧਾਨ ਨੂੰ ਸਾਨੂੰ ਵੇਖਣ ਦੀ ਲੋੜ ਹੈਗੀ ਆ, ਕਿ ਸੰਵਿਧਾਨ ਦਾ ਬੇਸਿਕ ਢਾਂਚਾ ਵੀ ਚੇਂਜ ਕੀਤਾ ਜਾ ਸਕਦਾ। ਹੁਣ ਗੱਲ ਬਹੁਤ ਕਲੀਅਰ ਆ। ਜੇ ਇਹ ਲੋਕਾਂ ਨੇ ਵੇਖਣਾ, ਦੇਸ਼ ਦੇ ਲੋਕਾਂ ਨੇ ਵੇਖਣਾ ਵਾ
ਕਿ ਭਾਈ ਸਾਹਿਬ ਤੁਸੀਂ ਜਿਹੜੀਆਂ ਆਪਣੀਆਂ ਥੋੜ੍ਹੀਆਂ ਬਹੁਤੀਆਂ ਬਚੀਆਂ ਖੁਚੀਆਂ ਜਿਹੜੀਆਂ ਤੁਹਾਡੀਆਂ ਹੈਗੀਆਂ ਆਪਣੀਆਂ ਫਰੀਡਮਸ ਹੈਗੀਆਂ ਰੱਖਣੀਆਂ ਕਿ ਨਹੀਂ ਰੱਖਣੀਆਂ, ਜਾਤ ਪਾਤ ਤੋੜਨੀ ਕਿ ਨਹੀਂ ਤੋੜਨੀ, ਕਮਿਊਨਲਿਜ਼ਮ ਜਿਹੜਾ ਹੈਗਾ ਉਹਨੂੰ ਰੋਕਣਾ ਕਿ ਨਹੀਂ ਰੋਕਣਾ। ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਜਿਹੜੇ ਕੇਜਰੀਵਾਲ ਹੋਣੀ ਆ ਜਾਂ ਦੂਸਰੇ ਇੱਥੇ ਕਾਂਗਰਸ ਦੇ ਲੀਡਰ ਆ, ਇਹ ਬਹੁਤ ਹੀ ਰੈਲੇਵੈਂਟ ਨਹੀਂ ਹੈਗੇ। ਇਹ ਲੋਕਾਂ ਨੇ ਦੇਖਣਾ ਹੈ ਕਿ ਭਾਈ ਕਿਹੜਾ, ਹਾਂ ਇਹ ਗੱਲ ਠੀਕ ਹੈਗੀ ਆ ਕਿ ਕੀ ਪਾਰਟੀ ਲੋਕਾਂ ਨੂੰ ਚੰਗੇ ਕੈਂਡੀਡੇਟ ਦੇ ਸਕਦੀ ਆ। ਮੈਨੂੰ ਨਹੀਂ ਲੱਗਦਾ ਇਦਾਂ ਹੋਊਗਾ। ਜੇ ਆਮ ਆਦਮੀ ਪਾਰਟੀ ਨੂੰ ਜਲੰਧਰ ਦੇ ਵਿੱਚ ਕੋਈ ਆਪਣਾ ਕੈਂਡੀਡੇਟ ਨਹੀਂ ਮਿਲਿਆ ਤੇ ਉਹ ਹੋਰ ਥਾਂ ਕਿੱਥੋਂ ਲੈ ਕੇ ਆਉਣਗੇ? ਫਿਰ ਤਾਂ ਇੱਕੋ ਏਜੰਡਾ ਰਹਿ ਜਾਂਦਾ ਵੀ ਵਿਨਿੰਗ ਕੈਂਡੀਡੇਟ ਕਿਹੜਾ ਹੋਵੇ। ਵਿਨਿੰਗ ਆ ਜਿਹਦੇ ਕੋਲ ਪੈਸੇ ਹੋਣ, ਵਿਨਿੰਗ ਆ ਜਿਹੜਾ ਜਿਹਦੇ ਉੱਤੇ ਬਹੁਤ ਸਾਰੇ ਕ੍ਰਿਮੀਨਲ ਕੇਸਿਸ ਹੋਣ। ਲੱਗਦਾ ਅੱਜ ਕੱਲ੍ਹ ਦੇ ਸਾਹਮਣੇ ਜਿੰਨੇ ਜ਼ਿਆਦਾ ਕ੍ਰਿਮੀਨਲ ਕੇਸਿਸ ਆ ਉਹਨਾਂ ਸਕਸੈਸ ਰੇਟ ਜ਼ਿਆਦਾ ਹੈਗਾ। ਵਿਨਿੰਗ ਉਹ ਹੈਗਾ ਜਿਹੜਾ ਨਫ਼ਰਤ ਪੈਦਾ ਕਰ ਸਕੇ, ਤੇ ਫਿਰ ਤਬਦੀਲੀ ਉਹਦੇ ਵਿੱਚੋਂ ਕਿੱਥੋਂ ਆਉਂਦੀ ਆ? ਇਸ ਕਰਕੇ ਚੈਲੰਜ ਹੈਗਾ ਵਾ, ਤੇ ਇਹ ਕਰ ਨਾ ਕਰ ਮੈਨੂੰ ਨਹੀਂ ਲੱਗਦਾ ਇੱਥੇ ਕੋਈ ਸਮਝੌਤਾ ਹੋਊਗਾ। ਮੈਨੂੰ ਇਸ ਵੇਲੇ ਲੱਗਦਾ, ਪਰ ਰਾਜਨੀਤੀ 'ਚ ਕੁਛ ਵੀ ਹੋ ਸਕਦਾ। ਮੌਜੂਦਾ ਰਾਜਨੀਤੀ ਦੇ ਵਿੱਚ ਕਈ ਗੱਲ ਤੇ ਤਾਂ ਖਲੋਂਦਾ ਹੀ ਨਹੀਂ ਹੈ। ਕੱਲ ਕੁਝ ਹੋਰ ਕਿਹਾ ਜਾਂਦਾ ਹੁੰਦਾ ਸੀ, ਅੱਜ ਹੋਰ ਕਿਹਾ ਜਾਂਦਾ ਹੈ। ਆਮ ਆਦਮੀ ਪਾਰਟੀ ਜਿਹੜੀ ਸਾਰਿਆਂ ਨੂੰ ਕਰਪਟ ਦੱਸਦੀ ਸੀਗੀ, ਇਹਦੇ 2 ਬੰਦੇ ਦਿੱਲੀ ਦੇ ਵਿੱਚ ਜਿਹੜੇ ਹੈਗੇ ਉਹ ਜੇਲ੍ਹ 'ਚ ਬੈਠੇ ਆ। ਮਨੀਸ਼ ਸਿਸੋਦੀਆ ਜੀ ਜਿਹੜੇ ਬਹੁਤ ਵੱਡੇ ਆਈਕਨ ਸੀਗੇ, ਜਾਂ ਜਿਹੜੇ ਬਹੁਤ ਵੱਡੇ ਆਈਡਲੌਗ ਸੀਗੇ, ਜਾਂ ਜਿਹੜਾ ਸਾਰਾ ਦਿੱਲੀ ਨੂੰ ਸੰਭਾਲਦੇ ਸੀਗੇ, ਉਹ ਜੇਲ੍ਹ 'ਚ ਬੈਠੇ ਆ ਔਰ ਬੜੇ ਸੀਰੀਅਸ ਐਲੀਗੇਸ਼ਨਸ ਹੈਗੇ ਆ। ਮੈਨੂੰ ਤੇ ਇਹ ਵੀ ਡਰ ਲੱਗਦਾ ਵੀ ਕਿਤੇ ਇਹ ਨਾ ਹੋਵੇ ਕਿ ਹੌਲੀ ਹੌਲੀ ਜਿਹੜੀ ਚੋਣਾਂ ਤੋਂ ਪਹਿਲਾਂ ਜਿਹੜੀ ਆ ਉਹ ਕਿਤੇ ਜਿਹੜੀ ਤਲਵਾਰ ਜਿਹੜੀ ਹੈਗੀ ਆ ਉਹ ਮੁੱਖ ਮੰਤਰੀ ਸਾਹਿਬ ਦੇ ਉੱਤੇ ਨਾ ਡਿੱਗ ਪਏ ਆਣ ਕੇ। ਅਲਟੀਮੇਟਲੀ ਮੇਜਰ ਰਿਸਪੌਂਸਿਬਿਲਿਟੀ ਤੇ ਇਹਦੀ ਹੈਗੀ ਆ। ਜੇ ਉਹਨਾਂ ਨੇ ਮਾੜੇ ਕੰਮ ਕੀਤੇ ਆ, ਜੇ ਕੈਬਨਿਟ ਦੇ ਵਿੱਚ ਮਾੜੇ ਕੰਮ ਹੋਏ ਆ, ਤਾਂ ਉਹਦੀ ਪਹਿਲੀ ਜ਼ਿੰਮੇਵਾਰੀ ਜਿਹੜੀ ਆ ਉਹ ਚੀਫ ਮਿਨਿਸਟਰ ਦੀ ਹੁੰਦੀ ਆ। ਤਾਂ ਇਸ ਕਰਕੇ ਇਹ ਲੋਕਾਂ ਨੇ ਵੇਖਣਾ। ਜਿਹੜਾ ਅਲਾਇੰਸ ਵਾਲਾ ਪਾਰਟ ਹੈਗਾ ਵਾ ਜਾਂ ਦੂਸਰਾ ਤੀਸਰਾ ਪਾਸਾ ਹੈਗਾ ਵਾ, ਉਹ ਤਾਂ ਹੈਗਾ ਹੀ ਹੈਗਾ ਵਾ ਕਿ ਲੋਕ ਕਿੱਦਾਂ ਰਿਸਪੌਂਡ ਕਰਦੇ ਆ, ਲੋਕ ਕਿਸ ਤਰੀਕੇ ਦੇ ਨਾਲ ਆਪਣਾ ਭਵਿੱਖ ਜਿਹੜਾ ਹੈਗਾ ਇਹਨਾਂ ਇਲੈਕਸ਼ਨ ਦੇ ਵਿੱਚੋਂ ਜਿਹੜਾ ਅਗਲੇ ਪਾਸੇ ਵੱਲ ਸੁਰੱਖਿਅਤ ਰੱਖਦੇ ਆ, ਜਾਂ ਹੋਰ ਜਿਹੜਾ ਮੰਝਧਾਰ ਦੇ ਵਿੱਚ ਡਿੱਗਦੇ ਜਾਂਦੇ। ਜੀ ਸੇਖੋਂ ਸਾਹਿਬ, ਆਖਰੀ ਸਵਾਲ ਇੱਕ, ਤੁਹਾਨੂੰ ਕੀ ਲੱਗਦਾ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਤੁਹਾਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਕੋਈ ਚੇਂਜ ਲੱਗਦਾ, ਕੋਈ ਲੋਕ ਲਹਿਰ ਜਾਂ ਸੱਚਮੁੱਚ ਕਿਸੇ ਬਦਲਾਅ ਦੀ ਗੱਲ, ਜਾਂ ਕੁਝ ਜੋ ਰਵਾਇਤੀ ਜਿਹੜੀਆਂ ਪੈੜਾਂ ਨੇ ਉਹਨਾਂ ਦੇ ਉੱਪਰ ਪੰਜਾਬ ਦੀ ਸਿਆਸਤ ਤੁਰਦੀ ਰਹੂਗੀ? ਦੇਖੋ, ਇਸ ਸਮੇਂ ਕਹਿਣਾ ਬਹੁਤ ਮੁਸ਼ਕਿਲ ਆ। ਇਸ ਪਾਰਟੀ ਦਾ, ਆਮ ਆਦਮੀ ਪਾਰਟੀ ਦਾ ਐਡਵਾਂਟੇਜ ਇਹੀ ਹੈਗਾ ਕਿ ਜਿਹੜੀਆਂ ਦੂਸਰੀਆਂ ਰਵਾਇਤੀ ਪਾਰਟੀਆਂ ਸੀ ਉਹ ਬਹੁਤ ਕਰਖਤ ਹੋ ਚੁੱਕੀਆਂ ਸੀ, ਬਹੁਤ ਕਰਪਟ ਐਲੀਮੈਂਟ ਉਹ 'ਚ ਭਰੇ ਗਏ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ। ਤੁਸੀਂ ਕੋਈ ਇੱਕ ਬੰਦਾ ਦੇਖ ਲਓ, ਉਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਹੁੰਦੀ ਨਾ ਜਿਹੜੀ ਹੁੰਦੀ ਪੰਜਾਬ ਦਾ ਸੱਤਿਆਨਾਸ਼ ਪੁੱਟਣ ਦੇ ਵਿੱਚ ਬਹੁਤ ਇੱਕ ਤੋਂ ਵੱਧ ਚੜ ਕੇ ਰੋਲ ਪਾਇਆ। ਚਾਹੇ ਉਹ ਕਰਪਸ਼ਨ ਦਾ ਮਸਲਾ ਸੀਗਾ, ਚਾਹੇ ਉਹ ਭਾਈ ਭਤੀਜਾਵਾਦ ਦਾ ਮਸਲਾ ਸੀਗਾ, ਚਾਹੇ ਉਹ ਜਿਹੜੀ ਗੁੰਡਾਗਰਦੀ ਦਾ ਲੈਵਲ ਸੀਗਾ। ਇਹ ਰਵਾਇਤੀ ਪਾਰਟੀਆਂ ਦੇ ਵਿੱਚ ਕਿਤੇ ਥੋੜ੍ਹਾ ਜ਼ਿਆਦਾ ਵਾ, ਕਿਸੇ ਥੋੜ੍ਹਾ ਘੱਟ ਵਾ। ਅਜੇ ਵੀ ਪੰਜਾਬ ਦੇ ਲੋਕਾਂ ਨੂੰ ਲੱਗਦਾ ਵੀ ਘੱਟੋ ਘੱਟ ਇਹ ਉਹਨਾਂ ਨਾਲੋਂ ਥੋੜ੍ਹੇ ਬਹੁਤੇ ਚੰਗੇ ਆ, ਜਿਹੜਾ ਇਹਨਾਂ ਦਾ ਐਡਵਾਂਟੇਜ ਆ। ਪਰ ਇਸ ਗੱਲ ਦਾ ਜਿਹੜਾ ਇਹਨਾਂ ਨੂੰ ਫਾਇਦਾ ਹੋਇਆ ਉਹ ਕਿਸਾਨ ਅੰਦੋਲਨ ਦੇ ਵਿੱਚ ਹੋਇਆ, ਜਿੱਥੇ ਲੋਕੀ ਜਿਹੜੇ ਹੈਗੇ ਆ, ਲੋਕਾਂ ਨੇ ਡੇਅਰ ਕੀਤਾ ਕਿ ਜਿਹੜੀ ਸੱਤਾ ਦੇ ਵਿੱਚ ਆ ਲੋਕ ਉਹਨਾਂ ਨੂੰ ਸਵਾਲ ਜਿਹੜਾ ਕਰਨ ਦੇ ਉੱਤੇ। ਇਹ ਗੱਲ ਠੀਕ ਹੈਗੀ ਆ ਕਿ ਅਕਾਲੀ ਦਲ ਦਾ ਬਹੁਤ ਹਾਸ਼ੀਏ ਤੇ ਪਹੁੰਚ ਜਾਣਾ, ਬੀਜੇਪੀ ਦਾ ਰੀਗਰੁੱਪਿੰਗ ਕਰਨੀ ਔਰ ਫਿਰ ਦੁਬਾਰਾ ਸੈਂਟਰ ਸਟੇਜ ਦੇ ਵਿੱਚ ਆਉਣਾ। ਹਾਂ, ਡਿਪੈਂਡ ਕਰਦਾ ਕਿ ਕੀ ਬੀਜੇਪੀ ਪੰਜਾਬ ਦੇ ਵਿੱਚ ਕਿਤੇ ਉੱਦਾਂ ਦੇ ਹਾਲਾਤ ਤਾਂ ਨਹੀਂ ਪੈਦਾ ਕਰ ਰਹੀ ਜਿਹੜੇ ਹਾਲਾਤ ਇਹ ਦੂਸਰੇ ਸੂਬਿਆਂ 'ਚ ਕਰਕੇ ਅੱਗੇ ਵਧਦੀ ਆ। ਕਿਉਂਕਿ ਸਾਡਾ ਡੈਮੋਗ੍ਰਾਫਿਕ ਪ੍ਰੋਫਾਈਲ ਬਹੁਤ ਜਿਹੜਾ ਹੈਗਾ ਉਹ ਡੈਲੀਕੇਟ ਹੋ ਗਿਆ, ਬਹੁਤ ਜ਼ਿਆਦਾ ਜਿਹੜਾ ਉਹ ਉਸ ਕਿਸਮ ਦਾ ਬਹੁਤ ਵੱਡਾ ਅੰਤਰ ਉਹਦੇ ਵਿੱਚ ਨਹੀਂ ਰਿਹਾ। ਪਰ ਇਹਦੇ ਨਾਲ ਨਾਲ ਪੰਜਾਬ ਦੀ ਆਪਣੀ ਇਥੋਸ ਵੀ ਹੈਗੀ ਆ, ਪੰਜਾਬ ਦੇ ਲੋਕਾਂ ਦੀ ਸਪਿਰਿਟ ਵੀ ਹੈਗੀ ਆ। ਅਗਲੀਆਂ ਇਲੈਕਸ਼ਨਸ ਤੁਸੀਂ ਸਾਰੀਆਂ ਪਾਰਟੀਆਂ ਖੜੀਆਂ ਹੋ ਜਾਣ, ਲੋਕੀ ਜਿਹੜਾ ਉਸ ਤਰੀਕੇ ਦੇ ਨਾਲ, ਮੈਨੂੰ ਇਹ ਲੱਗਦਾ ਕਿ ਜੇ ਇਹ ਵੱਖਰੇ ਵੱਖਰੇ ਲੜਦੇ ਆ ਤੇ ਇਹਦੇ ਵਿੱਚ ਐਡਵਾਂਟੇਜ ਜਿਹੜਾ ਹੈਗਾ ਵਾ ਉਹ ਕਾਂਗਰਸ ਪਾਰਟੀ ਦਾ ਹੈ, ਬਸ਼ਰਤੇ ਕਾਂਗਰਸ ਪਾਰਟੀ ਉਹ ਕੈਂਡੀਡੇਟ ਦੇਵੇ ਜਿਹੜੇ ਕੈਂਡੀਡੇਟ ਚਾਹੇ ਉਹ ਨਵੇਂ ਹੋ ਸਕਦੇ ਹੋਏ ਆ ਜਾਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਉਹ ਉਸ ਕਿਸਮ ਦੇ ਨਹੀਂ ਹੈਗੇ ਜਿਹੜੇ ਉਹ ਆਮ ਉਹਨਾਂ ਦੇ ਰਵਾਇਤੀ ਲੀਡਰ ਹੁੰਦੇ ਆ। ਜਿਹੜੀ ਵੀ ਪਾਰਟੀ ਲੋਕਾਂ ਦੀ ਨਬਜ਼ ਸਮਝ ਕੇ ਅੱਗੇ ਆਉਣ ਦੀ ਕੋਸ਼ਿਸ਼ ਕਰੂਗੀ, ਪੰਜਾਬ 'ਚ ਉਹਨੂੰ ਐਡਵਾਂਟੇਜ ਹੋਊਗਾ। ਇਸ ਸਮੇਂ ਇਹੀ ਹੈਗਾ ਕਿ ਰਵਾਇਤੀ ਪਾਰਟੀਆਂ ਦਾ, ਖਾਸ ਕਰਕੇ ਅਕਾਲੀ ਦਲ ਦਾ ਅਜੇ ਵੱਡਾ ਚੈਲੰਜ ਹੈਗਾ। ਕਾਂਗਰਸ ਦਾ ਕੁਝ ਐਡਵਾਂਟੇਜ ਹੈਗਾ ਕਿਉਂਕਿ ਕਾਂਗਰਸ ਇੱਕ ਉਹ ਪਾਰਟੀ ਹੈਗੀ ਆ ਜਿਹਦੇ ਵਿੱਚ ਤਕਰੀਬਨ ਹਰ ਬੰਦੇ ਨੂੰ ਥੋੜ੍ਹੀ ਬਹੁਤੀ ਸਪੇਸ ਮਿਲ ਜਾਂਦੀ ਆ, ਕੋਈ ਨਾ ਕੋਈ, ਚਾਹੇ ਉਹ ਧਾਰਮਿਕ ਤੌਰ ਤੇ ਹੋਵੇ, ਚਾਹੇ ਜਾਤੀ ਦੇ ਤੌਰ ਤੇ ਹੋਵੇ, ਚਾਹੇ ਹੋਰ ਕੋਈ ਹੋਵੇ, ਕੁਝ ਸਪੇਸ ਜ਼ਿਆਦਾ ਹੈਗੀ ਆ। ਆਮ ਆਦਮੀ ਪਾਰਟੀ ਦੀ ਸਪੇਸ ਬਹੁਤ ਸੁੰਗੜ ਗਈ ਆ। ਆਮ ਆਦਮੀ ਦੀ ਪਾਰਟੀ ਦੇ ਵਿੱਚ ਜਿਹੜੀ ਸਪੇਸ ਸੀਗੀ ਉਹ ਹੁਣ ਮੇਰਾ ਖਿਆਲ ਆ ਕਿ ਹਰ ਕੁਝ ਹਾਈ ਕਮਾਂਡ ਦੇ ਸਿਰ ਤੇ ਹੋ ਰਿਹਾ। ਤੁਸੀਂ ਦੇਖੋ ਜੇ ਇੱਥੇ ਅਪੁਆਇੰਟਮੈਂਟਾਂ ਹੋ ਰਹੀਆਂ ਵੱਡਿਆਂ ਆਫਿਸ ਦੇ ਵਿੱਚ, ਚਾਹੇ ਵਾਈਸ ਚਾਂਸਲਰ ਹੈਗੇ ਆ, ਚਾਹੇ ਬੋਰਡ ਹੈ, ਚਾਹੇ ਹੋਰ ਹੈਗੇ, ਜਾਂ ਜਿੱਥੇ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਉਹ ਕੰਮ ਨਹੀਂ ਹੋ ਰਿਹਾ। ਵੈਕਿਊਮ ਬਹੁਤ ਜ਼ਿਆਦਾ ਹੈਗਾ।
ਤੋ ਇਹ ਜਿਹੜਾ ਮਿਸਮੈਨੇਜਮੈਂਟ ਵੀ ਹੈਗਾ। ਫਿਰ ਡਿਸੀਜਨ ਲੈਣ ਲੱਗਿਆ ਕੋਈ ਬਹੁਤ ਜ਼ਿਆਦਾ ਲੌਂਗ ਟਰਮ ਸੋਚਦੇ ਨਹੀਂ, ਇਹਨਾਂ ਨੂੰ ਪਿਛਾਂਹ ਹਟਣਾ ਪੈਂਦਾ। ਤੁਸੀਂ ਦੇਖੋ ਪੰਚਾਇਤਾਂ ਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਨਮੋਸ਼ੀ ਹੋਈ ਕਿ ਇਦਾਂ ਨਹੀਂ ਸੀ ਹੋਣਾ ਚਾਹੀਦਾ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ। ਤੁਸੀਂ ਇਹਦਾ ਮਤਲਬ ਹੈਗਾ ਕਿ ਸਰਕਾਰ ਟੋਟਲੀ ਬਿਊਰੋਕ੍ਰੇਸੀ ਤੇ ਡਿਪੈਂਡੈਂਟ ਹੈ। ਜਿਹੜੀ ਸਰਕਾਰ ਬਿਊਰੋਕ੍ਰੇਸੀ ਤੇ ਡਿਪੈਂਡੈਂਟ ਹੁੰਦੀ ਆ, ਉਹ ਸਰਕਾਰ ਦਾ ਜਿਹੜਾ ਪੋਲੀਟੀਕਲ ਸਟੇਬਿਲਿਟੀ ਹੁੰਦੀ ਉਹ ਬਹੁਤਾ ਲੰਮਾ ਸਮਾਂ ਨਹੀਂ ਹੁੰਦਾ। ਕਿਉਂਕਿ ਇਸ ਮਾਮਲੇ 'ਚ ਹੈਗੇ ਇਹਨਾਂ ਨੇ ਬਿਊਰੋਕ੍ਰੇਸੀ ਨੂੰ ਜ਼ਿੰਮੇਵਾਰ ਬਿਠਾਤਾ, ਤੇ ਫਿਰ ਚੀਫ ਮਿਨਿਸਟਰ ਦੇ ਵੀ ਸਾਈਨ ਹੈਗੇ ਆ, ਫਿਰ ਉਹਦੇ ਵਿੱਚ ਜਿਹੜਾ ਇੱਕ ਮੰਤਰੀ ਸਾਹਿਬ ਦੇ ਵੀ ਸਾਈਨ ਹੈਗੇ ਆ। ਇਹਦਾ ਮਤਲਬ ਹੈਗਾ ਵੀ ਇਹਨਾਂ ਦੀ ਜਿਹੜੀ ਗਵਰਨੈਂਸ ਦੇ ਉੱਤੇ ਜਾਂ ਤਾਂ ਇਗਨੋਰੈਂਟ ਹੈਗੇ ਆ, ਜਾਂ ਇਹਨਾਂ ਦੀਆਂ ਤੜਾਵਾਂ ਕਿਤੇ ਹੋਰ ਹੈਗੀਆਂ ਵਾ। ਇਹ ਜਿਹੜਾ ਇਮੇਜ ਜਾਂਦਾ ਵਾ ਕਿ ਇਹਨਾਂ ਨੂੰ ਕੋਈ ਹੋਰ ਕੰਟਰੋਲ ਕਰਦਾ ਵਾ, ਇਹਨਾਂ 'ਚ ਹਾਈ ਕਮਾਂਡ ਆ। ਮੈਨੂੰ ਲੱਗਦਾ ਕਿ ਇਹ ਇਹਨਾਂ ਦੀ ਬਹੁਤ ਵੱਡਾ ਚੈਲੰਜ ਹੈ। ਔਰ ਪੰਜਾਬ ਦੇ ਲੋਕ ਕਦੀ ਵੀ ਇਹੋ ਜਿਹੀ ਸਰਕਾਰ ਨੂੰ ਜਾਂ ਇਹੋ ਜਿਹੇ ਲੋਕਾਂ ਨੂੰ ਐਕਸੈਪਟ ਨਹੀਂ ਕਰਦੇ ਜਿਹੜੇ ਕਿਸੇ ਦੇ ਹੋਰ ਦੇ ਇਸ਼ਾਰਿਆਂ ਤੇ ਨੱਚਦੇ ਹੋਣ ਤੇ ਜੋ ਕਹਿੰਦੇ ਆ ਉਹ ਤੋਂ ਬਾਰ-ਬਾਰ ਪਿੱਛੇ ਪਲਟਦੇ ਹੋਣ। ਜੀ ਬਿਲਕੁਲ। ਸੇਖੋਂ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ।